ਹੈ ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ। ਇੱਕ ਦਿਨ ਸੁਲਹੀ ਕੇ ਸੰਗ ਮਿਲ ਕਾ, ਆਪਨੋ ਕਸ਼ਟ ਕਹਿਓ ਤਬ ਰੋਈ। ਪਾਤਸ਼ਾਹ ਨੇ ਕਛੂ ਨਾ ਕੀਨਸ, ਜਿਸकी ਆਸ ਸਦਾ ਥਿਤ ਹੋਈ। ਇੱਕ ਦਿਨ ਸੁਲਹੀ ਕੇ ਸੰਗ ਮਿਲ ਕਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ, ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਗੁਰ ਅਰਜਨ ਪ੍ਰਤੱਖ ਹਰ, ਐਸੇ ਦੀਨ ਦਿਆਲ ਸਤਿਗੁਰੂ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਧਰਤੀ ਨੂੰ ਵੀ ਧੀਰਜ ਦੇਣ ਵਾਲੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਬਿਰਾਜਮਾਨ ਨੇ। ਸਤਿਗੁਰੂ ਜੀ ਦਾ ਵੱਡਾ ਭਰਾ ਬਾਬਾ ਪ੍ਰਿਥੀ ਚੰਦ, ਜਿਹਨੇ ਪਹਿਲਾਂ ਵੀ ਅਨੇਕਾਂ ਯਤਨ ਕੀਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਤਮ ਕਰਾਉਣ ਦੇ, ਕਿ ਬਾਲ ਸਤਿਗੁਰਾਂ ਨੂੰ ਖਤਮ ਕਰਵਾ ਦੇਵਾਂ ਅਤੇ ਆਉਣ ਵਾਲੇ ਸਮੇਂ ਵਿੱਚ ਗੁਰਤਾ ਗੱਦੀ ਮੇਰੇ ਪੁੱਤਰ ਮਿਹਰਬਾਨ ਨੂੰ ਮਿਲੇ। ਇਹ ਕੇਵਲ ਅੰਦਰ ਦੀ ਈਰਖਾ ਸੀ ਜਿਹੜੀ ਦਿਨ ਰਾਤ ਇਹਨਾਂ ਨੂੰ ਚੈਨ ਨਹੀਂ ਸੀ ਦਿੰਦੀ। ਸਦਾ ਹੀ ਅੰਦਰ ਈਰਖਾ ਦੀ ਅੱਗ ਵਿੱਚ ਸੜਦਾ ਰਹਿੰਦਾ। ਅੰਮ੍ਰਿਤਸਰ ਛੱਡ ਕੇ ਦਿੱਲੀ ਪਹੁੰਚ ਗਏ। ਸੋਲੀ ਖਾਨ ਨੂੰ, ਮਿੱਤਰ ਨੂੰ ਵਿੱਚ ਪਾਇਆ, ਬਾਦਸ਼ਾਹ ਨੂੰ ਮਿਲੇ ਨੇ। ਜਹਾਂਗੀਰ ਦੇ ਅੱਗੇ ਸਾਰਾ ਪੱਖ ਰੱਖਿਆ। ਜਹਾਂਗੀਰ ਨੇ ਸਾਰਿਆਂ ਦੇ ਵਿੱਚ, ਕਿਉਂਕਿ ਸਾਰੀ ਸਭਾ ਬੈਠੀ ਸੀ, ਅਤੇ ਉਹ ਸਭਾ ਦੇ ਵਿੱਚ ਸਾਰੀ ਗੱਲਬਾਤ ਸੁਣੀ ਅਤੇ ਮਨ ਵਿੱਚ ਜਾਣਿਆ ਕਿ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਸਾਹਿਬ ਨੂੰ ਦਿੱਤੀ ਹੈ। ਇਸ ਲਈ ਗੁਰਤਾ ਗੱਦੀ ਦਾ ਹੱਕ ਉਹਨਾਂ ਦਾ ਹੈ। ਅਤੇ ਪ੍ਰਿਥੀ ਚੰਦ ਕਹਿੰਦਾ ਹੈ ਵੱਡਾ ਮੈਂ ਹਾਂ, ਅਤੇ ਜਹਾਂਗੀਰ ਕਹਿਣ ਲੱਗਾ ਕਿ ਵੱਡਾ ਤੇ ਹਾਥੀ ਵੀ ਹੁੰਦਾ ਹੈ, ਪਰ ਜਿਹੜਾ ਸ਼ੇਰ ਹੈ ਉਹ ਸਾਰੇ ਜੰਗਲ ਦਾ ਰਾਜਾ ਕਹਾਉਂਦਾ ਹੈ। ਵੱਡੇ ਤਾਂ ਸੰਖ ਵੀ ਹੁੰਦੇ ਨੇ, ਪਰ ਜਿਹੜੇ ਮੋਤੀ ਨੇ ਉਹ ਗਹਿਣਿਆਂ ਦਾ ਸ਼ਿੰਗਾਰ ਬਣਦੇ ਨੇ। ਇਸੇ ਤਰ੍ਹਾਂ ਪਿੱਤਲ ਭਾਵੇਂ ਬਹੁਤ ਜ਼ਿਆਦਾ ਹੋਵੇ, ਪਰ ਸੋਨੇ ਨੂੰ ਸਾਰੇ ਸੰਭਾਲ ਕੇ ਰੱਖਦੇ ਨੇ। ਇਸ ਤਰ੍ਹਾਂ ਉਮਰ ਕਰਕੇ ਕੋਈ ਵੱਡਾ ਨਹੀਂ ਹੁੰਦਾ, ਗੁਣਾਂ ਕਰਕੇ ਮਨੁੱਖ ਵੱਡਾ ਹੁੰਦਾ ਹੈ। ਅਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਵਿੱਚ ਸਾਰੇ ਗੁਣ ਨੇ, ਜਿਹੜੇ ਗੁਣਾਂ ਤੋਂ ਪ੍ਰਸੰਨ ਹੋ ਕੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਦਾ ਤਖਤ ਦਿੱਤਾ ਹੈ। ਇਹ ਗੱਲਬਾਤ ਜਦੋਂ ਪ੍ਰਿਥੀ ਚੰਦ ਨੇ ਜਹਾਂਗੀਰ ਪਾਸੋਂ ਸੁਣੀ ਹੈ ਅਤੇ ਸੁਣ ਕੇ ਬੜੇ ਉਦਾਸ ਹੋਏ, ਮਨ ਵਿੱਚ ਬੜਾ ਗੁੱਸਾ ਕੀਤਾ, ਕਰ ਕੁਝ ਨਹੀਂ ਸੀ ਸਕਦੇ, ਅਤੇ ਧਿਆਨ ਜਿਹੜਾ ਸੀ ਉਹ ਨੀਵਾਂ ਕਰ ਲਿਆ, ਅੱਖਾਂ ਹੇਠਾਂ ਕਰ ਲਈਆਂ, ਇੱਧਰ ਉੱਧਰ ਨਹੀਂ ਦੇਖਦੇ, ਅਤੇ ਪੈਰ ਦੇ ਨੋਹਾਂ ਦੇ ਨਾਲ ਮਿੱਟੀ ਪੁੱਟਦੇ ਨੇ। ਬਾਦਸ਼ਾਹ ਦੀ ਸਭਾ ਖਤਮ ਹੋਈ ਹੈ ਅਤੇ ਆਪਣੇ ਟਿਕਾਣੇ ਚੱਲ ਕੇ ਪ੍ਰਿਥੀ ਚੰਦ ਜੀ ਆ ਗਏ ਨੇ। ਪਹਿਲੀ ਵਾਰ ਸਭਾ ਦੇ ਵਿੱਚ ਕੋਈ ਗੱਲ ਬਣੀ ਨਹੀਂ। ਜਿਸ ਤਰ੍ਹਾਂ ਹੁਣ ਸੋਲੀ ਖਾਂ ਮਿੱਤਰ ਨੂੰ ਫੇਰ ਬੇਨਤੀਆਂ ਕਰਨਗੇ ਕਿ ਮੈਂ ਤੇਰੀ ਆਸ ਰੱਖ ਕੇ ਇੱਥੇ ਆਇਆ, ਅਤੇ ਤੂੰ ਹੁਣ ਕੋਈ ਨਾ ਕੋਈ ਯਤਨ ਕਰ, ਕਿਸੇ ਨਾ ਕਿਸੇ ਤਰੀਕੇ ਗੁਰਤਾ ਗੱਦੀ ਮੈਨੂੰ ਦਵਾ। ਘੱਟੋ ਘੱਟ
ਮੈਨੂੰ ਇੱਕ ਨਗਰ ਤਾਂ ਬਾਦਸ਼ਾਹ ਦੇ ਕੋਲੋਂ ਦਵਾ, ਜਿਹਦੇ ਕਰਕੇ ਮੇਰੀ ਪੱਤ ਰਹੇ, ਕਿਉਂਕਿ ਮੈਂ ਹੁਣ ਅੰਮ੍ਰਿਤਸਰ ਨਗਰ ਛੱਡ ਚੁੱਕਿਆ ਹਾਂ। ਇਹ ਸੁਣ ਕੇ ਜਿਸ ਤਰ੍ਹਾਂ ਸੁਲੀ ਖਾਂ ਇਹਨਾਂ ਨੂੰ ਫਿਰ ਬਾਦਸ਼ਾਹ ਦੇ ਕੋਲ ਲੈ ਕੇ ਜਾਵੇਗਾ, ਕਿਸ ਤਰ੍ਹਾਂ ਰਿਸ਼ਵਤ ਦੇ ਕੇ ਕੁਝ ਹੋਰ ਉਮਰਾਵਾਂ ਨੂੰ ਖਰੀਦ ਕੇ ਝੂਠੀ ਥਰੀਪ ਬਾਦਸ਼ਾਹ ਦੀ ਸਭਾ ਦੇ ਵਿੱਚ ਕਰਾਵੇਗਾ, ਪਰ ਅਖੀਰ ਈਰਖਾਲੂ ਬੰਦੇ ਦਾ ਹਾਲ ਕੀ ਹੁੰਦਾ ਹੈ, ਜਿਹਦੇ ਅੰਦਰ ਗੁਰੂ ਸਾਹਿਬ ਜੀ ਦਾ ਪਾਵਨ ਬਚਨ ਹੈ, ਜਿਸ ਅੰਦਰ ਤਾਤ ਪਰਾਈ ਹੋਵੇ ਤੇ ਸਦਾ ਕਦੇ ਨਾ ਹੋਵੀ ਭਲਾ। ਜਿਹਦੇ ਅੰਦਰ ਪਰਾਈ ਈਰਖਾ ਹੁੰਦੀ ਹੈ, ਪਰਾਏ ਹੱਕ ਨੂੰ ਮਨੁੱਖ ਲੈਣਾ ਚਾਹੁੰਦਾ ਹੈ, ਉਹਦਾ ਕਦੇ ਵੀ ਭਲਾ ਨਹੀਂ ਹੁੰਦਾ। ਤੇ ਜਿਸ ਤਰ੍ਹਾਂ ਅੱਗੇ ਵਿਚਾਰ ਆ ਰਹੀ ਹੈ, ਉਹ ਸਾਰੀ ਵਿਚਾਰ ਆਪਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਇੱਕ ਦਿਨ ਸੁਲਹੀ ਕੇ ਸੰਗ ਮਿਲਕਾ। ਇੱਕ ਦਿਨ ਬਾਬਾ ਪ੍ਰਿਥੀ ਚੰਦ ਸੁਲੀ ਖਾਂ ਨੂੰ ਮਿਲੇ ਹਨ। ਆਪਣੋ ਕਸ਼ਟ ਕਹਿਓ ਤਬ ਰੋਈ। ਸੁਲੀ ਖਾਂ ਨੂੰ ਜਾ ਕੇ ਆਪਣਾ ਕਸ਼ਟ ਜਿਹੜਾ ਸੀ ਉਹ ਰੋ ਕੇ ਦੱਸਿਆ ਹੈ। ਕੀ ਹਾਲਤ ਈਰਖਾ ਨੇ ਇਹਨਾਂ ਦੀ ਬਣਾ ਦਿੱਤੀ। ਬਹੁਤ ਸੁਖੀ ਸਨ ਅੰਮ੍ਰਿਤਸਰ ਨਗਰੀ ਦੇ ਵਿੱਚ। ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਨੇ, ਸੰਗਤਾਂ ਵੀ ਮਾਨ ਸਨਮਾਨ ਰੱਖਦੀਆਂ ਸੀ, ਪਰ ਈਰਖਾ ਹੋਣ ਕਰਕੇ ਇਹ ਨਗਰ ਅੰਮ੍ਰਿਤਸਰ ਵੀ ਛੱਡਣਾ ਪਿਆ। ਸੁਲੀ ਖਾਂ ਦੇ ਕੋਲ ਗਏ ਹਨ, ਉਹਨੇ ਜਹਾਂਗੀਰ ਨੂੰ ਮਿਲਾਇਆ ਤੇ ਉੱਥੇ ਵੀ ਕੋਈ ਗੱਲ ਬਣੀ ਨਾ। ਰਾਤ ਨੂੰ ਨਾ ਤੇ ਇੱਥੇ ਨੀਂਦਰ ਪੈਂਦੀ ਸੀ। ਸੋਚਿਆ ਕਿ ਮੈਂ ਉੱਥੇ ਜਾਵਾਂਗਾ ਤੇ ਮੈਂ ਸੁਖੀ ਹੋਵਾਂਗਾ। ਉੱਥੇ ਵੀ ਜਿਹੜਾ ਸੀ ਉਹ ਸੁੱਖ ਨਾ ਮਿਲਿਆ। ਗੁਰੂ ਸਾਹਿਬ ਜੀ ਦੇ ਪਾਵਨ ਵਾਕ ਆਪਾਂ ਪੜ੍ਹਦੇ ਹਾਂ, ਸੁਖ ਨਾਹੀਂ ਬਹੁਤੈ ਧਨ ਖਾਟੈ, ਸੁਖ ਨਾਹੀਂ ਪੇਖੈ ਨਿਰਤ ਨਾਟੈ, ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਜੇ ਸੁੱਖ ਮਿਲਣਾ ਹੈ ਤੇ ਅਕਾਲ ਪੁਰਖ ਦੀ ਬੰਦਗੀ ਵਿੱਚੋਂ, ਨਾਮ ਵਿੱਚੋਂ ਪ੍ਰਾਪਤ ਹੋਣਾ ਹੈ। ਨਹੀਂ ਤਾਂ ਵੱਡੇ ਵੱਡੇ ਧਨਾੜ ਪੁਰਸ਼ ਦੇਖੀਦੇ ਨੇ, ਸਾਰਾ ਕੁਝ ਕੋਲ ਹੁੰਦਿਆਂ ਹੋਇਆਂ ਉਹਨਾਂ ਕੋਲ ਚੈਨ ਨਹੀਂ, ਅੰਦਰ ਦੀ ਸ਼ਾਂਤੀ ਨਹੀਂ, ਹਮੇਸ਼ਾ ਚਿੰਤਾ ਦੇ ਵਿੱਚ ਹੀ ਗਲਤਾਨ ਰਹਿੰਦੇ ਨੇ। ਬਾਬਾ ਪ੍ਰਿਥੀ ਚੰਦ ਇੱਥੇ ਵੀ ਇਹੋ ਹੀ ਹਾਲਤ ਸੀ। ਹੁਣ ਦਿੱਲੀ ਪਹੁੰਚ ਗਏ ਨੇ, ਉੱਥੇ ਵੀ ਚਿੰਤਾ ਹੈ। ਸੁਲੀ ਖਾਂ ਨੂੰ ਮਿਲੇ ਹਨ ਤੇ ਆਪਣਾ ਜਿਹੜਾ ਦੁੱਖ ਸੀ ਉਹ ਸੁਲੀ ਖਾਂ ਮਿੱਤਰ ਦੇ ਅੱਗੇ ਰੱਖਿਆ ਹੈ। ਪਾਤਸ਼ਾਹ ਨੇ ਕਛੂ ਨ ਦੀ ਕੀਨਸ। ਕਹਿਣ ਲੱਗਾ, ਮਿੱਤਰ ਸੁਲੀ ਖਾਂ, ਮੈਂ ਤੇਰੇ ਆਸਰੇ ਇੱਥੇ ਆਇਆ। ਤੂੰ ਕਿਹਾ ਸੀ ਕਿ ਬਾਦਸ਼ਾਹ ਨੂੰ ਮਿਲਾਂਗੇ ਤੇ ਤੇਰਾ ਕੰਮ ਬਣ ਜਾਵੇਗਾ, ਪਰ ਦੇਖ ਹੁਣ ਬਾਦਸ਼ਾਹ ਨੇ, ਜਹਾਂਗੀਰ ਨੇ ਮੇਰਾ ਹਾਲੇ ਤੱਕ ਕੋਈ ਵੀ ਜਿਹੜਾ ਕੰਮ ਸੀ ਉਹ ਨਹੀਂ ਸਵਾਰਿਆ। ਜਿਸ ਕੀ ਆਸ ਸਦਾ ਥਿਤ ਹੋਈ। ਸਾਡੇ ਮਨ ਵਿੱਚ ਸਦਾ ਹੀ ਇਸੇ ਦੀ ਆਸ ਸੀ, ਪਰ ਗੁਰੂ ਸਾਹਿਬ ਜੀ ਨੇ ਤਾਂ ਪਹਿਲਾਂ ਹੀ ਸਾਨੂੰ ਹੁਕਮ ਦਿੱਤਾ ਹੈ ਕਿ ਕਦੇ ਵੀ ਮਨੁੱਖ ਦੀ ਆਸ ਰੱਖ ਕੇ ਕੋਈ ਕਾਰਜ ਜਿਹੜੇ ਨੇ ਉਹ ਸਫਲ ਨਹੀਂ ਹੁੰਦੇ। ਆਸ ਰੱਖਣੀ ਹੈ ਤੇ ਪੂਰੇ ਗੁਰੂ ਤੇ ਰੱਖੀਏ। ਆਸ ਰੱਖਣੀ ਹੈ ਤੇ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਤੇ ਰੱਖੀਏ, ਜਿਸ ਤੇ ਆਸ ਰੱਖਣ ਦੇ ਨਾਲ ਲੋਕ ਵਿੱਚ ਅਤੇ ਪਰਲੋਕ ਵਿੱਚ ਦੋਨੋਂ ਥਾਈਂ ਕਾਰਜ ਸਫਲ ਹੋ ਜਾਂਦੇ ਨੇ, ਸਵਰ ਜਾਂਦੇ ਨੇ। ਮਾਨੋ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਇੱਕ ਹੈ ਭਗਵਾਨ। ਬਾਬਾ ਪ੍ਰਿਥੀ ਚੰਦ ਕਹਿੰਦੇ, ਦੇਖ ਮਿੱਤਰ ਸੁਲੀ ਖਾਂ, ਆਪਾਂ ਬਾਦਸ਼ਾਹ ਦੇ ਉੱਤੇ ਆਸ ਰੱਖੀ ਸੀ, ਪਰ ਹਲੇ ਤੱਕ ਉਸਨੇ ਸਾਡਾ ਕੋਈ ਵੀ ਕੰਮ ਨਹੀਂ ਸਵਾਰਿਆ। ਅਬ ਕਿਆ ਕਰਹਿ ਉਪਾਵ ਬਤਾਵੋ। ਹੁਣ ਮੇਰਾ ਮਿੱਤਰ ਤੂੰ ਹੈ ਤੇ ਮੈਨੂੰ ਦੱਸ ਕਿ ਕੀ ਉਪਾਅ ਕਰੀਏ, ਕੀ ਯਤਨ ਕਰੀਏ। ਇਹ ਬਾਬੇ ਪ੍ਰਿਥੀ ਚੰਦ ਦੀ ਆਸ ਹਮੇਸ਼ਾ ਹੀ ਦੂਜਿਆਂ ਤੇ ਰਹੀ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਈ ਵੀ ਬਚਨ ਆਪਾਂ ਬਾਣੀ ਅੰਦਰ ਪੜ੍ਹ ਲਈਏ, ਉਹ ਪਰਮੇਸ਼ਰ ਦੇ ਚਰਨਾਂ ਵਿੱਚ ਕੀਤੀਆਂ ਅਰਦਾਸਾਂ ਨੇ। ਰੱਬ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸ ਸੁਖ ਪਾਇਆ, ਦਇਆਲ ਹੁਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਕੋਈ ਵੀ ਬਚਨ ਸਤਿਗੁਰਾਂ ਦਾ ਪੜ੍ਹ ਲਓ, ਬੇਨਤੀਆਂ ਵਾਲੇ ਸ਼ਬਦ ਨੇ। ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਕੀਤੀਆਂ ਹੋਈਆਂ ਅਰਦਾਸਾਂ ਨੇ, ਕਿਉਂਕਿ ਜਿਹਦੇ ਤੇ ਆਸ ਹੋਵੇ ਉਹ ਆਪਣੀ ਆਸ ਸਾਹਮਣੇ ਰੱਖਦਾ ਹੈ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਰਮੇਸ਼ਰ ਦੀ ਆਸ ਤੱਕੀ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਆਸ ਰੱਖੀ। ਪਰ ਹੁਣ ਬਾਬੇ ਪ੍ਰਿਥੀ ਚੰਦ ਦੀ ਦੂਜੀ ਬਿਰਤੀ ਸੀ
ਜਿਹੜੀ ਮਨੁੱਖਾਂ ਦੀ, ਬਾਦਸ਼ਾਹਾਂ ਦੀ, ਉਮਰਾਵਾਂ ਦੀ, ਮੰਤਰੀਆਂ ਦੀ ਆਸ ਰੱਖੀ ਬੈਠੇ ਸਨ, ਇਹਨਾਂ ਦੀ ਹਾਲਤ ਕੀ ਹੋਈ? ਕਹਿਣ ਲੱਗੇ, ਐਸ ਵੇਲੇ ਖਾਂ ਮਿੱਤਰ ਬਾਦਸ਼ਾਹ ਤੇ ਆਸ ਰੱਖ ਕੇ ਆਏ ਸੀ, ਪਰ ਸਾਡਾ ਹਲੇ ਤੱਕ ਕੋਈ ਕੰਮ ਨਹੀਂ ਸਵਰਿਆ। ਜਿਸ ਤੇ ਰਹਿ ਆਵੈ ਪਤ ਜੋਏ। ਹੁਣ ਮੈਨੂੰ ਤੂੰ ਇਹ ਦੱਸ ਕਿ ਕੀ ਉਪਾਅ ਕਰੀਏ, ਕੀ ਯਤਨ ਕਰੀਏ ਜਿਹਦੇ ਨਾਲ ਮੇਰੀ ਪਤ ਰਹੇ, ਇੱਜ਼ਤ ਰਹੇ। ਸਾਧ ਸੰਗਤ, ਜਿਹੜੇ ਪਰਮੇਸ਼ਰ ਤੇ ਆਸ ਰੱਖਦੇ ਨੇ, ਉਹਨਾਂ ਦੇ ਕਾਰਜ ਅਕਾਲ ਪੁਰਖ ਵਾਹਿਗੁਰੂ ਸੁੱਤੇ ਸਿੱਧੀ ਸਵਾਰ ਦਿੰਦੇ। ਜਿਸ ਤਰ੍ਹਾਂ ਭਗਤ ਜੀਆਂ ਨੇ ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸਾਂ ਕੀਤੀਆਂ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਪਰ ਜਿਹੜੇ ਆਸ ਮਨੁੱਖ ਤੇ ਰੱਖੀ ਬੈਠੇ ਨੇ ਕਿ ਸ਼ਾਇਦ ਹੋ ਸਕਦਾ ਕਿ ਇਹਨੇ ਮੇਰੇ ਕਾਰਜ ਸਵਾਰ ਦੇਣੇ ਨੇ, ਉਹ ਹਰ ਰੋਜ਼ ਨਵੀਂ ਤੋਂ ਨਵੀਂ ਵਿਉਂਤਬੰਦੀ ਕਰਦੇ। ਪਰ ਜੋ ਪਾਰ ਬ੍ਰਹਮ ਪਰਮੇਸ਼ਰ ਨੂੰ ਭਾਵਦਾ ਹੁੰਦਾ ਤੇ ਉਹਦੇ ਹੁਕਮ ਦੇ ਵਿੱਚ ਹੀ ਹੈ। ਇੱਥੇ ਵੀ ਬੜੇ ਯਤਨ ਕੀਤੇ, ਪ੍ਰਿਥੀ ਚੰਦ ਨੇ ਕੋਈ ਕਾਰਜ ਸਵਰਿਆ ਹਨ। ਹੁਣ ਦਿੱਲੀ ਪਹੁੰਚ ਗਏ ਨੇ। ਸੋਲੀ ਖਾਂ ਨੂੰ ਕਹਿੰਦੇ ਨੇ, ਤੂੰ ਦੱਸ ਕੇ ਹੁਣ ਆਪਾਂ ਕਿਹੜਾ ਉਪਾਅ ਕਰੀ, ਕਿਹੜਾ ਯਤਨ ਕਰੀਏ ਜਿਹਦੇ ਨਾਲ ਸਾਡਾ ਹੁਣ ਕੰਮ ਸਫਲ ਹੋ ਜਾਵੇ। ਕਿਸ ਮਿਸ ਕਰ ਦਿੱਲੀ ਤੇ ਨਿਕਸਾ। ਕਿਹੜਾ ਬਹਾਨਾ ਕਰਕੇ ਮੈਂ ਦਿੱਲੀ ਤੋਂ ਬਾਹਰ ਨਿਕਲਾਂ? ਕਿਉਂਕਿ ਸਾਰਿਆਂ ਨੂੰ ਤਾਂ ਇਹ ਪਤਾ ਹੈ ਨਾ ਕਿ ਸੋਲੀ ਖਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਲੜ ਕੇ ਅੰਮ੍ਰਿਤਸਰੋਂ ਬਾਹਰ ਨਿਕਲਿਆ ਹੈ। ਭਾਵੇਂ ਲੋਕਾਂ ਨੂੰ ਇਹ ਕਹਿੰਦਾ ਹੈ ਕਿ ਗੁਰੂ ਸਾਹਿਬ ਨੇ ਮੈਨੂੰ ਬਾਹਰ ਕੱਢ ਦਿੱਤਾ, ਪਰ ਇਹ ਤਾਂ ਕੇਵਲ ਇੱਕ ਝੂਠਾ ਇਲਜ਼ਾਮ ਸੀ। ਜਿਹੜੀਆਂ ਅੰਮ੍ਰਿਤਸਰ ਦੀਆਂ ਸੰਗਤਾਂ ਸੀ, ਉਹਨਾਂ ਨੂੰ ਪਤਾ ਹੈ ਕਿ ਬਾਬੇ ਪ੍ਰਿਥੀ ਚੰਦ ਦੇ ਕੰਮ ਕਰਤੂਤਾਂ ਸਾਹਮਣੇ ਆਈਆਂ ਤੇ ਲੋਕਾਂ ਤੋਂ ਨਿੰਦਿਆ ਹੋਣ ਲੱਗ ਪਈ। ਇਹ ਨਿੰਦਿਆ ਸਹਾਰੀ ਨਾ ਗਈ ਤੇ ਹੁਣ ਆਪ ਬਚਣ ਵਾਸਤੇ ਦਿੱਲੀ ਚਲੇ ਗਏ ਤੇ ਧਮਕੀਆਂ ਇੱਥੇ ਦੇ ਕੇ ਗਏ ਸਨ। ਵੱਡੀਆਂ ਵੱਡੀਆਂ ਬਾਤਾਂ ਇੱਥੇ ਕਹੀਆਂ ਕਿ ਮੈਂ ਬਾਦਸ਼ਾਹ ਕੋਲ ਜਾਵਾਂਗਾ, ਉੱਥੋਂ ਫੌਜਾਂ ਆਉਣਗੀਆਂ, ਤੁਹਾਨੂੰ ਗ੍ਰਿਫਤਾਰ ਕਰਨਗੀਆਂ, ਫੜ ਕੇ ਲਿਜਾਣਗੀ, ਮੈਂ ਫਿਰ ਅੰਮ੍ਰਿਤਸਰ ਨਗਰੀ ਵਿੱਚ ਰਹਾਂਗਾ। ਪਰ ਹੋਇਆ ਉਲਟੀ। ਤੇ ਹੁਣ ਸੋਲੀ ਖਾਂ ਨੂੰ ਕਹਿੰਦਾ ਕਿ ਦੱਸ ਮੈਂ ਕਿਹੜੇ ਬਹਾਨੇ ਦਿੱਲੀ ਚੋਂ ਬਾਹਰ ਨਿਕਲਾਂ? ਜੇ ਇਸ ਤਰ੍ਹਾਂ ਚਲਾ ਗਿਆ ਤੇ ਮੇਰਾ ਹਾਸਾ ਮਖੌਲ ਹੋਵੇਗਾ। ਉੱਥੇ ਵੀ ਨਿੰਦਿਆ ਹੋ ਰਹੀ ਹੈ, ਇੱਥੇ ਵੀ ਮੇਰੀ ਨਿੰਦਿਆ ਹੀ ਹੋਵੇਗੀ। ਰਹਿਓ ਲਾਭ ਆਗਲੇ ਹੀ ਖੋਏ। ਲਾਭ ਮੈਨੂੰ ਕੀ ਮਿਲਣਾ ਸੀ? ਤੇ ਮੇਰੀ ਜਿਹੜੀ ਪੁਰਾਣੀ ਪਹਿਲਾਂ ਬਣੀ ਹੋਈ ਇੱਜ਼ਤ ਸੀ, ਉਹ ਵੀ ਗਵਾਚ ਗਈ, ਉਹ ਵੀ ਖਰਾਬ ਹੋਈ। ਜੇ ਮਨੁੱਖ ਪਰਮੇਸ਼ਰ ਦੇ ਭਾਣੇ ਵਿੱਚ ਚੱਲੇ ਤੇ ਫਿਰ ਉਹਦੀ ਇੱਜ਼ਤ ਵਿੱਚ, ਉਹਦੀ ਪਤ ਆਬਰੂ ਵਿੱਚ ਹਮੇਸ਼ਾ ਵਾਧਾ ਹੀ ਹੁੰਦਾ ਹੈ। ਪਰ ਜਦੋਂ ਬੰਦਾ ਭਾਣੇ ਚੋਂ ਬਾਹਰ ਹੁੰਦਾ ਹੈ, ਈਰਖਾ ਦੀ ਅੱਗ ਵਿੱਚ ਉਹਦਾ ਅੰਦਰ ਸੜਦਾ ਹੈ ਤੇ ਉਸ ਦੀ ਇੱਜ਼ਤ ਵੀ ਖਰਾਬ ਹੁੰਦੀ ਹੈ। ਤੇ ਜਿਸ ਤਰ੍ਹਾਂ ਬਾਬੇ ਪ੍ਰਿਥੀ ਚੰਦ ਦਾ ਜੋੜਿਆ ਹੋਇਆ ਧਨ ਵੀ ਖਰਾਬ ਹੋਇਆ, ਹੁਣ ਹੋਰ ਵੀ ਹੋਵੇਗਾ। ਉਹ ਸੋਲੀ ਖਾਂ ਦੀ ਸਲਾਹ ਦੇ ਨਾਲ ਕਹਿਣ ਲੱਗੇ ਕਿ ਮੈਨੂੰ ਲਾਭ ਕੀ ਮਿਲਣਾ ਸੀ? ਮੈਨੂੰ ਇੱਥੇ ਗੁਰਤਾ ਗੱਦੀ ਕੀ ਪ੍ਰਾਪਤ ਹੋਣੀ ਸੀ? ਮੇਰੀ ਤਾਂ ਪਹਿਲੀ ਇੱਜ਼ਤ ਜਿਹੜੀ ਸੀ ਉਹ ਵੀ ਜਾਂਦੀ ਰਹੀ ਹੈ। ਸੁਲੇਹੀ ਕਹਿਓ ਨਾ ਬਸ ਕੁਛ ਮੇਰੇ। ਹੁਣ ਸੋਲੀ ਖਾਂ ਨੇ ਵੀ ਅੱਗੋਂ ਕਹਿ ਦਿੱਤਾ ਕਿ ਪ੍ਰਿਥੀ ਚੰਦ ਮੇਰੇ ਵੱਸ ਕੁਝ ਨਹੀਂ। ਆ ਹੈ ਜੀ ਬੰਦੇ ਦੀ ਆਸ। ਇੰਨੀ ਆਸ ਰੱਖ ਕੇ ਆਪਣੇ ਮਿੱਤਰ ਤੇ ਗਏ ਸਨ, ਸਤਿਗੁਰੂ ਜੀ ਨਾਲ ਝਗੜਾ ਕੀਤਾ, ਵੱਡੀਆਂ ਵੱਡੀਆਂ ਗੱਲਾਂ ਈਰਖਾ ਦੇ ਵਸ ਹੋ ਕੇ ਕੀਤੀਆਂ। ਆਸ ਕਿਹਦੇ ਤੇ ਰੱਖੀ ਸੀ? ਬਾਦਸ਼ਾਹ ਦਾ ਉਮਰਾਵ ਹੈ ਸੋਲੀ ਖਾਂ ਤੇ ਮੇਰਾ ਮਿੱਤਰ ਹੈ ਤੇ ਮੇਰੀ ਸਰਕਾਰੀ ਦਰਬਾਰੇ ਪਹੁੰਚ ਹੈ ਤੇ ਮੇਰੀ ਚੱਲਦੀ ਬੜੀ। ਪਰ ਹੁਣ ਹੋਇਆ ਕਿ ਜਿਹਦੇ ਤੇ ਆਸ ਰੱਖੀ ਬੈਠੇ ਸਨ, ਉਹਨੇ ਬਾਹਾਂ ਖੜੀਆਂ ਕਰ ਦਿੱਤੀਆਂ। ਸੋਲੀ ਖਾਂ ਨੇ ਕਿਹਾ, ਕਹਿਣ ਲੱਗਾ ਪ੍ਰਿਥੀ ਚੰਦ ਨੂੰ ਕਿ ਭਰਾਵਾ ਹੁਣ ਮੇਰੇ ਵੱਸ ਦੀ ਕੋਈ ਗੱਲ ਨਹੀਂ ਰਹੀ। ਬਾਦਸ਼ਾਹ ਸਮਝੇ ਪਖਵਾਨ। ਜਦੋਂ ਮੈਂ ਤੇਰੀ ਗੱਲ ਬਾਦਸ਼ਾਹ ਦੇ ਅੱਗੇ ਰੱਖਦਾ ਤੇ ਜਿਹੜਾ ਜਹਾਂਗੀਰ ਬਾਦਸ਼ਾਹ ਹੈ ਉਹ ਮੈਨੂੰ ਤੇਰਾ ਪੱਖੀ ਸਮਝਦਾ ਹੈ। ਮਿਲਹੁ ਦੋਏ ਉਮਰਾਵ ਹੀਰ ਕਰ। ਹੁਣ ਇਸ ਤਰ੍ਹਾਂ ਕਰ, ਕੋਈ ਚੰਗੇ ਜਿਹੜੇ ਉਮਰਾਵ ਨੇ ਨਾ, ਉਹਨਾਂ ਨੂੰ ਮੈਂ ਮਿਲਾ ਦੇਣਾ ਤੇ ਉਹਨਾਂ ਦੇ ਨਾਲ ਹੁਣ ਤੂੰ ਮਿਲਾਪ ਕਰ। ਇੱਕ ਕੋ ਨਾਮ ਸੋ ਅਬਦੁਲ ਖਾਨ। ਇੱਕ ਉਹਨਾਂ ਵਿੱਚੋਂ ਅਬਦੁਲ ਖਾਨ ਉਮਰਾਵ ਹੈ ਤੇ ਬੜਾ ਸਿਆਣਾ ਹੈ। ਜਿਸ ਤਰ੍ਹਾਂ ਮੈਂ ਬਾਦਸ਼ਾਹ ਦਾ ਉਮਰਾਵ ਹਾਂ, ਇਸ ਤਰ੍ਹਾਂ ਹੋਰ ਵੀ ਜਹਾਂਗੀਰ ਦੇ ਉਮਰਾਵ ਨੇ। ਹੁਣ ਮੈਂ ਉਹਨਾਂ ਨਾਲ ਤੈਨੂੰ ਮਿਲਾ ਦੇਣਾ ਹਾਂ। ਦੂਜੇ ਮੁਹੰਮਦ ਖਾਨ ਜਾਨੀਆ ਹੈ। ਤੇ ਇੱਕ ਤਾਂ ਜਿਹੜਾ ਉਮਰਾਵ ਹੈ ਉਹ ਹੈ ਅਬਦੁਲ ਖਾਨ ਤੇ ਦੂਜਾ ਹੈ ਮੁਹੰਮਦ ਖਾਨ। ਇਹਨਾਂ ਨੂੰ ਮਿਲਾਉਂਦਾ ਹਾਂ। ਕੁਛ ਰਿਸ਼ਵਤ ਦੀਜਾ ਤਿੰਨ ਪਾਣ। ਉਹਨਾਂ ਦੇ ਹੱਥ ਵਿੱਚ ਕੁਝ ਰਿਸ਼ਵਤ ਦੇ ਤੇ ਉਹ ਤੇਰਾ ਕੰਮ ਜਿਹੜਾ ਹੈ ਉਹ ਸਵਾਰ ਦੇਣਗੇ। ਹੁਣ ਬੰਦੇ ਦੀ ਆਸ ਹੁੰਦੀ ਹੈ ਬੰਦੇ ਤੇ, ਪਰ ਆਸ ਵੀ ਤਾਂ ਰੱਖੀ ਜਾ ਸਕਦੀ ਜੇ ਕੁਝ ਉਸ ਨੂੰ ਦਈਏ ਤੇ ਫਿਰ ਉਸ ਦੇ ਪੱਖ ਦੀ ਗੱਲ ਕਰਦਾ ਹੈ। ਪਰ ਜੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਉਹਦੇ ਤੇ ਆਸ ਰੱਖੀਏ ਤੇ ਫਿਰ ਸਾਰੇ ਹੀ ਕਾਰਜ ਪਰਮੇਸ਼ਰ ਆਪ ਸਵਾਰਨ ਵਾਲੇ ਨੇ। ਫਿਰ ਸਾਰੇ ਹੀ ਪੱਖੀ ਬਣ ਜਾਂਦੇ ਨੇ।
ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਪਰ ਜੇ ਬੰਦਾ ਬੰਦੇ ਤੇ ਆਸ ਰੱਖਦਾ ਫਿਰ ਹੋਰ ਤੇ ਉਹਨੂੰ ਅਖੀਰ ਖੱਜਲ ਖੁਆਰੀ ਹੋਣਾ ਪੈਂਦਾ ਏ। ਹੁਣ ਉਹ ਪਹਿਲਾਂ ਆਸ ਰੱਖੀ ਸੁਲੀ ਖਾਂ ਤੇ, ਸੁਲੀ ਖਾਂ ਨੇ ਕਹਿ ਦਿੱਤਾ ਮੇਰੇ ਵੱਸ ਦੀ ਗੱਲ ਹੈ ਨਹੀਂ। ਹੁਣ ਦੋ ਉਮਰਾਵ ਬਾਦਸ਼ਾਹ ਜਹਾਂਗੀਰ ਦੇ ਹੋਰ ਨੇ, ਇੱਕ ਹੈ ਅਬਦੁਲ ਖਾਂ, ਦੂਜਾ ਮੁਹੰਮਦ ਖਾਂ। ਇਹਨਾਂ ਨੂੰ ਕੁਝ ਰਿਸ਼ਵਤ ਦੇ, ਇਹ ਤੇਰਾ ਕੰਮ ਸਵਾਰਨਗੇ। ਕਰਹਿ ਸਿਫਾਰਿਸ਼ ਦੋਨੋਂ ਇਹ ਜਬ। ਜੇ ਤੂੰ ਇਹਨਾਂ ਨੂੰ ਰਿਸ਼ਵਤ ਦੇਂਗਾ ਤੇ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ, ਉਹਦੇ ਦਰਬਾਰ ਦੇ ਵਿੱਚ ਤੇਰੀ ਸਿਫਾਰਿਸ਼ ਕਰਨਗੇ। ਬੰਦਾ ਸੋਚਦਾ ਕਿ ਮੈਂ ਰਿਸ਼ਵਤ ਦੇ ਕੇ ਆਪਣੇ ਪੱਖੀ ਕਰ ਲਾਂ, ਪਰ ਭਗਤ ਜੀ ਦੇ ਇੱਕ ਬਚਨ ਆਪਾਂ ਪੜ੍ਹਦੇ ਹਾਂ ਕਿ ਬੰਦਾ ਹਰੇਕ ਨੂੰ ਰਿਸ਼ਵਤ ਦੇ ਕੇ ਆਪਣਾ ਪੱਖੀ ਕਰਦਾ ਹੈ, ਪਰ ਜਦੋਂ ਜਮਾਂ ਦੇ ਦੂਤ ਚੱਲ ਕੇ ਆਉਂਦੇ ਨੇ ਫਿਰ ਮਨ ਵਿੱਚ ਭੁਲੇਖਾ ਹੁੰਦਾ ਹੈ ਕਿ ਮੈਂ ਤਾਂ ਸਾਰਿਆਂ ਨੂੰ ਰਿਸ਼ਵਤ ਦਿੰਦਾ ਰਿਹਾ, ਮੈਂ ਜਮਾਂ ਦੇ ਦੂਤਾਂ ਨੂੰ ਵੀ ਰਿਸ਼ਵਤ ਦੇਣਾ, ਇਹ ਵੀ ਮੇਰੇ ਪੱਖੀ ਹੋ ਜਾਣਗੇ ਤੇ ਮੈਨੂੰ ਥੋੜ੍ਹਾ ਸਮਾਂ ਦੇ ਦੇਣਗੇ, ਫਿਰ ਮੈਂ ਆਪਣਾ ਕੁਝ ਕੰਮ ਸਵਾਰ ਲਵਾਂਗਾ ਤੇ ਫਿਰ ਮੈਂ ਅੱਗੇ ਚੱਲਾਂਗਾ ਆਪਣੀ ਮਰਜ਼ੀ ਦੇ ਨਾਲ। ਪਰ ਹੁੰਦਾ ਉਲਟ ਹੈ, ਬੰਦੇ ਨੂੰ ਆਦਤ ਪਈ ਹੈ ਪੈਸੇ ਦੇ ਕੇ, ਰਿਸ਼ਵਤ ਦੇ ਕੇ ਆਪਣੇ ਪੱਖੀ ਬਣਾਉਣ ਦੀ। ਪਰ ਜਿਹੜੇ ਦੂਤ ਆਉਂਦੇ ਨੇ ਨਾ, ਉਹ ਆਉਂਦੇ ਹਨ, ਉਹਨਾਂ ਨੂੰ ਵੀ ਕਹਿੰਦਾ ਕਿ ਤੁਸੀਂ ਮੇਰੇ ਤੋਂ ਖਰਚਾ ਲੈ ਲਓ, ਹਾਂ ਮੈਨੂੰ ਰਾਤ ਦਾ ਮੌਕਾ ਦਿਓ ਤੇ ਸਵੇਰ ਦੀ ਜਿਹੜੀ ਨਮਾਜ਼ ਹੈ ਮੈਂ ਰਸਤੇ 'ਚ ਹੀ ਪੜ੍ਹਾਂਗਾ। ਪਰ ਭਗਤ ਜੀ ਕਹਿੰਦੇ ਨੇ ਨਹੀਂ, ਉਹ ਜਮਾਂ ਦੇ ਦੂਤ ਬਿਨਾਂ ਕੋਈ ਇਸ ਦੀ ਗੱਲ ਸੁਣਿਆ ਇਹਨੂੰ ਕੇਸੋਂ ਪਕੜ ਕੇ ਤੇ ਜੀਵ ਆਤਮਾ ਨੂੰ ਕੱਢ ਕੇ ਲੈ ਕੇ ਅੱਗੇ ਤੁਰਦੇ। ਨਹੀਂ ਚੱਲਦੀ ਸਿਫਾਰਿਸ਼ ਤੇ ਰੱਬ ਦੀ ਦਰਗਾਹ ਵਿੱਚ ਨਹੀਂ ਚੱਲਦੀ ਸਿਫਾਰਿਸ਼ ਤੇ ਜਮਾਂ ਦੇ ਦੂਤਾਂ ਦੇ ਅੱਗੇ ਕੋਈ ਬੰਦੇ ਦੀ ਸਿਆਣਪ ਨਹੀਂ ਚੱਲਦੀ। ਮਲਕਲ ਮੌਤ ਜਾਵਸੀ ਸਭ ਦਰਵਾਜ਼ੇ ਭੰਨ। ਬੰਦਾ ਬੜੀਆਂ ਸਿਆਣਪਾਂ, ਬੜੇ ਬੁੱਧੀ ਆਪਣੀ ਵੱਡੀ ਕਰਕੇ ਬੜੇ ਦਰਵਾਜ਼ੇ ਆਪਣੇ ਬਣਾਉਂਦਾ ਏ ਕਿ ਮੈਂ ਫਲਾਣੀ ਥਾਂ ਤੋਂ ਬਚ ਜਾਵਾਂ, ਫਲਾਣੀ ਥਾਂ ਤੋਂ ਬਚ ਜਾਵਾਂ। ਹੁਣ ਬਾਬੇ ਪ੍ਰਿਥੀ ਚੰਦ ਨੂੰ ਸੁਲੀ ਖਾਂ ਕਹਿਣ ਲੱਗਾ, ਕਹਿੰਦਾ ਦੇ ਤੂੰ ਰਿਸ਼ਵਤ, ਤੇ ਰਿਸ਼ਵਤ ਦੇ ਕੇ ਇਹਨਾਂ ਨੂੰ ਆਪਣਾ ਪੱਖੀ ਕਰ ਲੈ। ਇਹ ਉਮਰਾਵੀ ਬਾਦਸ਼ਾਹ ਦੀ ਕਚਹਿਰੀ ਵਿੱਚ ਜਾ ਕੇ ਤੇਰੀ ਸਿਫਾਰਿਸ਼ ਕਰਨਗੇ। ਸਿੱਧ ਕਾਜ ਆਪਣੋ ਤਬ ਜਾਣ। ਜਦੋਂ ਇਹ ਦੋਨੇ ਤੇਰੇ ਪੱਖੀ ਹੋ ਜਾਣਗੇ, ਹੋਰ ਉਮਰਾਵ ਤੇਰੀ ਸਿਫਾਰਿਸ਼ ਕਰਨਗੇ। ਹਲੇ ਤਾਂ ਇਕੱਲਾ ਮੈਂ ਹੀ ਕਰ ਰਿਹਾ ਤੇ ਬਾਦਸ਼ਾਹ ਸੋਚ ਰਿਹਾ ਭਰੀ ਸਭਾ ਦੇ ਵਿੱਚ ਮੈਂ ਤੇਰੀ ਗੱਲ ਕਰਦਾ, ਹੋਰ ਲੋਕ ਮੇਰੇ ਵਿਰੁੱਧ ਨਾ ਹੋ ਜਾਣ। ਤੇ ਹੁਣ ਜਦੋਂ ਜ਼ਿਆਦਾ ਉਮਰਾਵ ਤੇਰੀ ਸਿਫਾਰਿਸ਼ ਕਰਨਗੇ ਫਿਰ ਤਾਂ ਬਾਦਸ਼ਾਹ ਨੂੰ ਸੁਣਨੀ ਪੈਣੀ ਹੈ ਨਾ, ਤੇ ਉਹ ਉਮਰਾਵ ਤਾਂ ਸਿਫਾਰਿਸ਼ ਕਰਨਗੇ ਜੇ ਉਹਨਾਂ ਨੂੰ ਰਿਸ਼ਵਤ ਦੇਂਗਾ। ਇਹੋ ਹੀ ਬਚਨ ਗੁਰੂ ਰਾਮਦਾਸ ਜੀ ਨੇ ਕਹੇ ਸੀ ਨਾ, ਜਦੋਂ ਆਪਣੇ ਪੁੱਤਰ ਪ੍ਰਿਥੀ ਚੰਦ ਨੂੰ ਸਮਝਾਇਆ ਸੀ, ਕਾਹੇ ਪੂਤ ਝਗਰਤ ਹਉ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ 300 ਝਗਰਤ ਪਾਪ। ਪੁੱਤਰਾ ਜਿਸ ਬਾਪ ਦਾ ਜਣਿਆ ਹੋਵੇ ਜੇ ਉਹਦੇ ਨਾਲ ਝਗੜਾ ਕਰੇ ਤਾਂ ਬਹੁਤ ਵੱਡਾ ਪਾਪ ਲੱਗਦਾ ਹੈ। ਇਸ ਧਨ ਦਾ ਤੈਨੂੰ ਮਾਣ ਹੈ ਨਾ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੈ ਨਾ ਆਪ। ਜਿਹੜੇ ਧਨ ਦਾ ਤੂੰ ਮਾਣ ਕਰ ਰਿਹਾ ਹੈ ਇਹ ਧਨ ਕਿਸੇ ਦਾ ਵੀ ਹੋਇਆ ਨਹੀਂ। ਇਸੇ ਧਨ ਦਾ ਮਾਣ ਸੀ ਪ੍ਰਿਥੀ ਚੰਦ ਨੂੰ ਕਿ ਮੇਰੇ ਕੋਲ ਧਨ ਬੜਾ ਹੈ, ਮੈਂ ਜਿਹਨੂੰ ਮਰਜ਼ੀ ਧਨ ਦੇ ਕੇ ਆਪਣਾ ਪੱਖੀ ਕਰ ਸਕਦਾ। ਸੁਲੀ ਖਾਂ ਕਹਿੰਦਾ ਕਿ ਜੇ ਹੁਣ ਤੇਰੀ ਗੱਲ ਬਣ ਸਕਦੀ ਹੈ ਤੇ ਪੈਸੇ ਦਮੜੇ ਖਰਚ, ਇਹਨਾਂ ਉਮਰਾਵਾਂ ਨੂੰ ਧਨ ਦੇ, ਇਹ ਤੇਰੀ ਸਿਫਾਰਿਸ਼ ਬਾਦਸ਼ਾਹ ਦੇ ਕੋਲ ਕਰਨਗੇ। ਸੁਣ ਪ੍ਰਿਥੀ ਨੇ ਯਤਨ ਸੁਠਾਨਿਓ। ਇਹ ਗੱਲ ਸੁਣ ਕੇ ਪ੍ਰਿਥੀ ਚੰਦ ਨੇ ਫਿਰ ਯਤਨ ਕੀਤਾ ਹੈ। ਮੁਲਾਕਾਤ ਨੂੰ ਸੋ ਠਹਿਰਾਏ। ਜਿਹੜਾ ਅਬਦੁਲ ਖਾਂ ਸੀ ਤੇ ਦੂਜਾ ਸੀ ਮੁਹੰਮਦ ਖਾਂ, ਇਹ ਦੋ ਸਿਆਣੇ ਬਾਦਸ਼ਾਹ ਦੇ ਨਿਕਟਵਰਤੀ ਉਮਰਾਵ ਸਨ। ਇਹਨਾਂ ਦੇ ਕੋਲ ਪ੍ਰਿਥੀ ਚੰਦ ਗਿਆ ਹੈ। ਮੋਹਰ 3 7 ਰਿਸ਼ਵਤ ਦੀਨਸ। ਇਹਨਾਂ ਨੂੰ ਮੋਹਰਾਂ ਜਿਹੜੀਆਂ ਦਿੱਤੀਆਂ ਹਨ, ਮੋਹਰ 3 7, 7 ਨਾਮ ਹੈ 100 ਦਾ, 300 ਮੋਹਰਾਂ ਜਿਹੜੀਆਂ ਸੋਨੇ ਦੀਆਂ ਉਹ ਇਹਨਾਂ ਦੇ ਅੱਗੇ ਰੱਖੀਆਂ ਨੇ। ਇਹ ਹਾਲਤ ਹੋਈ ਜਿਹੜੇ ਘਰ ਵਿੱਚ ਹੀ ਬੇਫਜ਼ੂਲ ਝਗੜਾ ਖੜਾ ਕਰਦੇ ਨੇ, ਭਰਾ ਨਾਲ ਈਰਖਾ ਕਰੀ ਜਾ ਰਿਹਾ ਹੈ। ਜੇ ਦੂਜਾ ਭਰਾ ਥੋੜ੍ਹੀ ਵਸਤੂ ਵੱਧ ਲੈ ਜਾਵੇ ਤੇ ਦੇ ਕੇ ਸਿਖਾਉਂਦਾ ਨਹੀਂ, ਪਰ ਫਿਰ ਸਰਕਾਰੀ ਦਫ਼ਤਰੇ ਜਾ ਕੇ ਉਹਨਾਂ ਦੇ ਕੋਲ ਜਾ ਕੇ ਭਾਵੇਂ ਲੱਖਾਂ ਦਾ ਧਨ ਲੁਟਾ ਦੇਵੇ, ਸਮਾਜ ਵਿੱਚ ਵੀ ਉਹਦਾ ਨਿਰਾਦਰ ਹੋਵੇ, ਉਹਨੂੰ ਕੋਈ ਪਰਵਾਹ ਨਹੀਂ। ਕਿਉਂਕਿ ਲੋਕ ਦੇਖ ਕੇ ਕਿਹੜਾ ਇਹਨੂੰ ਚੰਗਾ ਕਹਿੰਦੇ ਨੇ ਕਿ ਜਿਹੜਾ ਘਰ ਵਿੱਚ ਹੀ ਝਗੜਾ ਖੜਾ ਕਰਕੇ ਛੋਟੀ ਜਿਹੀ ਗੱਲ ਦਾ ਫਤੂਰ ਬਣਾ ਕੇ ਬੈਠਾ ਹੈ। ਲੋਕ ਵੀ ਜਿਹੜੇ ਹਨ ਉਹਦੀ ਨਿੰਦਿਆ ਕਰਦੇ ਨੇ, ਬੁਰਾ ਕਹਿੰਦੇ ਨੇ। ਫਿਰ ਜਿਹੜਾ ਧਨ ਹੈ ਉਹ ਥੋੜ੍ਹਾ ਜਿਹਾ ਆਪਣੇ ਭਰਾ ਦੇ ਕੋਲ ਜਾਣ ਨਹੀਂ ਦੇਣਾ, ਦੇਖ ਕੇ ਨਹੀਂ ਸਿਖਾਉਣਾ, ਪਰ ਫਿਰ ਸਰਕਾਰੀ ਦਰਬਾਰੇ ਜਾ ਕੇ, ਕਚਹਿਰੀਆਂ 'ਚ ਜਾ ਕੇ, ਸੋ ਜਾ ਕੇ ਮੁਲਾਜ਼ਮਾਂ ਦੇ ਤਾਈਂ ਫਿਰ ਲੱਖਾਂ ਰੁਪਈਆ ਉਹਨੇ ਅੱਗੇ ਰੱਖਣਾ ਕਿ ਸਾਡਾ ਜੀ ਫੈਸਲਾ ਸਾਡੇ ਹੱਕ 'ਚ ਕਰਾ ਦਿਓ। ਹੁਣ ਸੁਲੀ ਖਾਂ
ਦੀ ਸਲਾਹ ਲੈ ਕੇ ਬਾਬਾ ਪ੍ਰਿਥੀ ਚੰਦ ਨੇ ਵੀ ਇਸੇ ਤਰ੍ਹਾਂ ਕੀਤਾ। ਪਹਿਲਾਂ ਤਾਂ ਦੇਖ ਕੇ ਸਿਖਾਉਂਦਾ ਨਹੀਂ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੱਗੇ ਚੜੀਆਂ ਭੇਟਾਵਾਂ। ਹੁਣ 300 ਮੋਹਰਾਂ ਜਿਹੜੀਆਂ ਹਨ ਉਹ ਇਹਨਾਂ 2 ਉਮਰਾਵਾਂ ਨੂੰ ਜਾ ਕੇ ਰਿਸ਼ਵਤ ਦਿੱਤੀ ਹੈ। ਦੀਨ ਬਦਨ ਹੋਏ ਬਿਨਤੀ ਗਾਏ। ਫਿਰ ਦੀਨ ਬਦਨ ਹੋਏ ਬਿਨਤੀ ਗਾਏ। ਕਿੱਥੇ ਲੋਕ ਆ ਕੇ ਗੁਰੂ ਰਾਮਦਾਸ ਜੀ ਦਾ ਪੁੱਤਰ ਜਾਣ ਕੇ ਮਾਨ ਸਨਮਾਨ ਦਿੰਦੇ ਸਨ ਕਿ ਗੁਰੂ ਪੁੱਤਰ ਹੈ, ਤੂੰ ਵੀ ਗੁਰੂ ਦਾ ਹੀ ਰੂਪ ਹੈ। ਇਹ ਜਾਣ ਕੇ ਸਾਰੇ ਝੁਕਦੇ ਸਨ, ਨਮਸਕਾਰਾਂ ਕਰਦੇ ਸੀ। ਪਰ ਹੁਣ ਹਾਲਤ ਕੀ ਹੋ ਗਈ ਕਿ ਬਾਦਸ਼ਾਹਾਂ ਨੇ, ਜਿੱਥੇ ਬਾਦਸ਼ਾਹ ਆ ਕੇ ਝੁਕਦੇ ਸਨ, ਬਾਬਰ ਵਰਗੇ ਆ ਕੇ ਝੁਕੇ, ਹਮਾਯੂ ਵਰਗੇ ਆ ਕੇ ਝੁਕੇ, ਜਿੱਥੇ ਅਕਬਰ ਵਰਗਿਆਂ ਨੇ ਆ ਕੇ ਨਤਮਸਤਕ ਹੋ ਕੇ ਬੇਨਤੀਆਂ ਗਾਈਆਂ, ਅੱਜ ਈਰਖਾਵਸ ਹੋ ਕੇ ਤ੍ਰਿਸ਼ਨਾ ਦੀ ਅੱਗ ਨੇ ਇਹ ਛੋਟੇ ਛੋਟੇ ਜਿਹੜੇ ਮੁਲਾਜ਼ਮ ਸਨ ਬਾਦਸ਼ਾਹ ਦੇ ਉਮਰਾਵ, ਉਹਨਾਂ ਅੱਗੇ ਝੁਕਣਾ ਲਾ ਦਿੱਤਾ। ਦੋਏ ਮਾਸ ਕੋ ਅਰਸਾ ਗੁਜਰਿਓ। ਤੇ ਇਹਨਾਂ ਨੂੰ ਰਿਸ਼ਵਤ ਦਿੱਤੀ ਹੈ। ਫਿਰ ਬੇਨਤੀ ਕੀਤੀ, ਕਹਿਣ ਲੱਗਾ 2 ਮਾਸ ਕੋ ਅਰਸਾ ਗੁਜਰਿਓ। ਤੇ ਇਹਨਾਂ ਨੂੰ ਵੀ ਆਪਣੇ ਪੱਖੀ ਬਣਾਇਆ। 2 ਮਹੀਨੇ ਦਾ ਸਮਾਂ ਬਤੀਤ ਹੋਇਆ। ਸ਼ਾਹੇ ਨਹੀਂ ਸਿਮਰਿਓ ਨਾ ਬੁਲਾਏ। ਕਿ ਮੈਨੂੰ ਬਾਦਸ਼ਾਹ ਨੇ ਹਲੇ ਤੱਕ ਯਾਦ ਨਹੀਂ ਕੀਤਾ। ਆਇਓ ਨਿਆਓ ਲੈਣ ਗੁਰਿਆਈ। ਮੈਂ ਤਾਂ ਇੱਥੇ ਗੁਰਿਆਈ ਦਾ ਨਿਆਂ ਲੈਣ ਵਾਸਤੇ ਆਇਆ ਸੀ। ਗੁਰਤਾ ਦਾ ਹੱਕਦਾਰ ਮੇਰਾ ਏ ਕਿ ਬਾਦਸ਼ਾਹ ਮੇਰੇ ਨਾਲ ਨਿਆਂ ਕਰੇਗਾ। ਇਹਨਾਂ ਉਮਰਾਵਾਂ ਨੂੰ ਸੂਲੀ ਖਾਂ ਪ੍ਰਿਥੀ ਚੰਦ ਕਹਿੰਦੇ ਨੇ। ਪਹਿਲਾਂ ਤੇ ਦਿੱਤੀਆਂ ਮੋਹਰਾਂ, ਕਿਉਂਕਿ ਜਿਹੜੇ ਉੱਚ ਅਧਿਕਾਰੀ ਹੁੰਦੇ ਨੇ ਉਹਨਾਂ ਨੇ ਕਿਸੇ ਗਰੀਬ ਤਬਕੇ ਦੀ ਕੀ ਸੁਣਨੀ। ਸਭ ਤੋਂ ਪਹਿਲਾਂ ਤੇ ਉਹਨਾਂ ਅੱਗੇ ਧਨ ਰੱਖਿਆ ਜਾਂਦਾ ਹੈ ਰਿਸ਼ਵਤ ਵਜੋਂ ਕਿ ਸਾਡੀ ਗੱਲ ਸੁਣਨ ਵਾਸਤੇ ਸਮਾਂ ਕੱਢੋ। ਤੇ ਜਦੋਂ ਰਿਸ਼ਵਤ ਦਾ ਧਨ ਲੈਂਦੇ ਨੇ ਤੇ ਫਿਰ ਉਹ ਗੱਲ ਸੁਣਨ ਨੂੰ ਰਾਜੀ ਹੁੰਦੇ, ਫਿਰ ਹੀ ਤਾਂ ਗੱਲ ਸੁਣਨ ਨੂੰ ਤਿਆਰ ਹੁੰਦੇ ਨੇ। ਤੇ ਬਾਅਦ ਵਿੱਚ ਦੇਖਦੇ ਹਨ ਕੀ ਕਰਨਾ ਹੈ ਕੀ ਨਹੀਂ ਕਰਨਾ। ਇਸੇ ਤਰ੍ਹਾਂ ਪ੍ਰਿਥੀ ਚੰਦ ਪਾਸੋਂ ਮੋਹਰਾਂ ਲਈਆਂ। ਪ੍ਰਿਥੀ ਚੰਦ ਨੇ ਆਪਣਾ ਪੱਖ ਇਹਨਾਂ ਅੱਗੇ ਰੱਖਿਆ ਕਿ ਮੈਂ ਤਾਂ ਗੁਰਤਾ ਗੱਦੀ ਦਾ ਨਿਆਂ ਲੈਣ ਵਾਸਤੇ ਇੱਥੇ ਆਇਆ ਸੀ ਬਾਦਸ਼ਾਹ ਦੇ ਕੋਲ ਕਿ ਮੇਰੇ ਨਾਲ ਨਿਆਂ ਕਰੋ। ਪਰ ਹੁਣ 2 ਮਹੀਨੇ ਹੋ ਗਏ, ਬਾਦਸ਼ਾਹ ਨੇ ਜਹਾਂਗੀਰ ਨੇ ਹਲੇ ਤੱਕ ਮੈਨੂੰ ਨਹੀਂ ਸੱਦਿਆ। ਸੋ ਤੋ ਰਹੀ ਪ੍ਰਥਮ ਪਤ ਜਾਏ। ਉਹ ਤਾਂ ਗੁਰਤਾ ਗੱਦੀ ਇੱਕ ਪਾਸੇ ਰਹੀ, ਮੇਰੀ ਜਿਹੜੀ ਇੱਜ਼ਤ ਸੀ ਉਹ ਵੀ ਇੱਥੇ ਆ ਕੇ ਜਾਂਦੀ ਰਹੀ ਹੈ। ਇੱਥੇ ਆ ਕੇ ਉੱਥੇ ਵੀ ਨਿੰਦਿਆ ਹੋਈ, ਇੱਥੇ ਵੀ ਮੇਰਾ ਨਿਰਾਦਰ ਹੋਇਆ ਹੈ। ਅਬ ਤੁਮ ਕੈ ਸਨਮਾਨ ਕਰਾਵੋ। ਇਹ ਕਹਿਣ ਲੱਗਾ ਉਮਰਾਵਾਂ ਨੂੰ ਕਿ ਹੁਣ ਤੁਸੀਂ ਬਾਦਸ਼ਾਹ ਨੂੰ ਕਹੋ ਮੇਰੀ ਸਿਫਾਰਿਸ਼ ਕਰੋ ਤੇ ਮੇਰਾ ਜਿਹੜਾ ਸਨਮਾਨ ਹੈ ਉਹ ਰਖਾਵੋ। ਵੱਡੀ ਬਾਤ ਗੁਰਤਾ ਖੁਸ਼ਵਾਈ। ਤੇ ਮੇਰਾ ਸਨਮਾਨ ਰੱਖੋ। ਵੱਡੀ ਬਾਤ ਗੁਰਤਾ ਖੁਸ਼ਵਾਏ। ਤੇ ਵੱਡੀ ਗੱਲ ਜਿਹੜੀ ਸੀ ਕਿ ਵੱਡੀ ਗੱਲ ਇਹ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਦੀ ਜਿਹੜੀ ਗੁਰਤਾ ਗੱਦੀ ਹੈ ਉਹ ਉਹਨਾਂ ਪਾਸੋਂ ਖੋਹ ਲਵੋ। ਆਪ ਸ਼ਾਹੋ ਕਹਿ ਮੁਹਿ ਬਿਠਾਵੋ। ਤੇ ਬਾਦਸ਼ਾਹ ਨੂੰ ਕਹਿ ਕੇ ਮੈਨੂੰ ਗੁਰਤਾ ਗੱਦੀ ਦੇ ਤਖਤ ਤੇ ਬਿਠਾਵੋ। ਇਮਤੋ ਕਾਰਜ ਸਿੱਧ ਹੋ ਜਾਏ। ਫੇਰ ਹੀ ਜਿਹੜਾ ਮੇਰਾ ਕਾਰਜ ਉਹ ਸਫਲਾ ਹੋਵੇਗਾ। ਇੱਥੇ ਆਉਣਾ ਜਿਹੜਾ ਉਹ ਮੇਰਾ ਲੇਖੇ ਲੱਗੇਗਾ। ਨਾਹੀਂ ਤਾਂ ਗ੍ਰਾਮ ਦੇਹ ਕਰ ਆਦਰ। ਨਹੀਂ ਤਾਂ ਗ੍ਰਾਮ ਦੇ ਕਰ ਆਦਰ। ਘੱਟੋ ਘੱਟ ਮੈਨੂੰ ਇੱਕ ਪਿੰਡ ਹੀ ਜਿਹੜਾ ਹੈ ਉਹ ਬਾਦਸ਼ਾਹ ਦੇ ਕੋਲੋਂ ਦਵਾ ਦਿਓ। ਤਹਾਂ ਬਸੋ ਜਹ ਸਾਹਿਬ ਸ਼ਾਹੀ। ਉੱਥੇ ਜਾ ਕੇ ਮੈਂ ਰਹਾਂਗਾ ਜਿੱਥੇ ਬਾਦਸ਼ਾਹ ਮੈਨੂੰ ਰੱਖੇਗਾ। ਕਿਉਂਕਿ ਹੁਣ ਗੱਲ ਸਮਝ ਵਿੱਚ ਪੈ ਗਈ ਕਿ ਬਾਦਸ਼ਾਹ ਦੇ ਵੀ ਵੱਸ ਦੀ ਗੱਲ ਨਹੀਂ। ਪਹਿਲਾਂ ਬਾਬਾ ਮਹਾਦੇਵ ਜੀ ਨੇ ਵੀ ਸਮਝਾਇਆ ਕਿ ਗੁਰੂ ਅਰਜਨ ਦੇਵ ਸਾਹਿਬ ਸਾਡੇ ਛੋਟੇ ਭਰਾ ਨੇ। ਗੁਰੂ ਰਾਮਦਾਸ ਜੀ ਨੇ ਉਹਨਾਂ ਦੇ ਗੁਣ ਦੇਖ ਕੇ ਉਹਨਾਂ ਨੂੰ ਗੁਰਤਾ ਗੱਦੀ ਦੇ ਤਖਤ ਤੇ ਬਿਠਾਇਆ ਹੈ। ਸਾਡਾ ਦੋਵਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪਿਤਾ ਗੁਰੂ ਦੇ ਬਚਨ ਨੂੰ ਸਤ ਕਰਕੇ ਮੰਨ ਲਈਏ, ਗੁਰੂ ਅਰਜਨ ਦੇਵ ਸਾਹਿਬ ਦਾ ਅਦਬ ਸਤਿਕਾਰ ਰੱਖੀਏ। ਇਹਦੇ ਵਿੱਚ ਹੀ ਸਾਡੀ ਭਲਾਈ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਵੀ ਸਮਝਾਇਆ ਸੀ ਕਿ ਘਰ ਵਿੱਚ ਝਗੜਾ ਖੜਾ ਕਰੇਗਾ, ਤੁਰਕਾਂ ਅੱਗੇ ਜਾ ਕੇ ਪੁਕਾਰੂ ਹੋਵੇਂਗਾ, ਉੱਥੇ ਵੀ ਜਾ ਕੇ ਤੇਰੀ ਪੱਤ ਨਹੀਂ ਰਹਿਣੀ। ਕਿਉਂਕਿ ਬਾਦਸ਼ਾਹ ਤੇ ਆਪ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਝੁਕਦੇ ਰਹੇ ਨੇ। ਤੂੰ ਉੱਥੇ ਜਾ ਕੇ ਤੁਰਕਾਂ ਅੱਗੇ ਝੁਕੇ, ਤੇਰੀ ਸਿਆਣਪ ਨਹੀਂ। ਪਰ ਭਾਈ ਗੁਰਦਾਸ ਜੀ ਨੂੰ ਵੀ ਮਾੜੇ ਬੋਲ ਬੋਲ ਕੇ ਉੱਥੋਂ ਜਾਣ ਨੂੰ ਕਿਹਾ। ਹੁਣ ਇੱਥੇ ਆ ਕੇ ਉਮਰਾਵਾਂ ਅੱਗੇ ਬੇਨਤੀ ਕੀਤੀ ਹੈ, ਕਿਉਂਕਿ ਜਦੋਂ ਦੇਖਿਆ ਕਿ ਬਾਦਸ਼ਾਹ ਦੇ ਵੱਸ ਦੀ ਗੱਲ ਵੀ ਨਹੀਂ, ਇਹ ਵੀ ਮੈਨੂੰ ਗੁਰਤਾ ਗੱਦੀ ਨਹੀਂ ਦਵਾ ਸਕਦਾ। ਹੁਣ ਕਹਿਣ ਲੱਗਾ ਕਿ ਘੱਟੋ ਘੱਟ ਮੈਨੂੰ ਕੋਈ ਬਾਦਸ਼ਾਹ ਤੋਂ ਪਿੰਡ ਹੀ ਦਵਾ ਦਿਓ, ਕੋਈ ਤਕੜਾ ਨਗਰ ਦਵਾ ਦਿਓ ਵੱਡਾ। ਫਿਰ ਕਹਿ ਕੇ ਇਹਨਾਂ ਨੇ ਕੋਠਾ ਨਗਰ ਇਹ ਮਾਲਵੇ ਦੇ ਵਿੱਚ ਪੈਂਦਾ ਹੈ, ਇਹ ਦਵਾਇਆ ਸੀ ਕਿ ਮੈਨੂੰ ਘੱਟੋ ਘੱਟ ਕੋਈ ਨਗਰ ਦਵਾਓ। ਕਿਉਂਕਿ ਅੰਮ੍ਰਿਤਸਰ ਨਗਰੀ ਵਿੱਚ ਮੈਂ ਰਹਿੰਦਾ ਸੀ ਤੇ ਉਸ ਨਗਰੀ ਦੇ ਵਿੱਚੋਂ ਹੁਣ ਮੈਨੂੰ ਬਾਹਰ ਨਿਕਲਣਾ ਪਿਆ। ਜੇ ਮੈਂ ਦੁਬਾਰਾ ਜਾ ਕੇ ਰਹਿਣਾ ਤੇ ਮੇਰੀ ਇੱਜ਼ਤ ਕਾਇਮ ਨਹੀਂ ਰਹਿਣੀ। ਇਸ ਕਰਕੇ ਘੱਟੋ ਘੱਟ ਗ੍ਰਾਮ ਦੇਹ ਕਰ ਆਦਰ ਤਹਾਂ ਬਸੋ ਜਹ ਸ਼ਾਹ ਬਸਾਏ।
ਮੈਂ ਉੱਥੇ ਰਹਿਣ ਨੂੰ ਤਿਆਰ ਹਾਂ ਜਿੱਥੇ ਮੈਨੂੰ ਬਾਦਸ਼ਾਹ ਜਹਾਂਗੀਰ ਰੱਖੇਗਾ। ਇਮ ਪੀ ਰਹਿ ਆਵਤ ਹੈ ਮੇਰੀ, ਇਸੇ ਤਰ੍ਹਾਂ ਘੱਟੋ ਘੱਟ ਮੇਰੀ ਇੱਜ਼ਤ ਤਾਂ ਰਹਿ ਜਾਵੇਗੀ। ਇਹ ਉਪਕਾਰ ਕਰੋ ਚਿਤ ਲਾਏ। ਇਹ ਬਾਦਸ਼ਾਹ ਦੇ ਜਿਹੜੇ ਦੋ ਮਰਾਬ ਸੀ ਜਿਨ੍ਹਾਂ ਕੋਲ ਸੁਲੀ ਖਾਂ ਨੇ ਭੇਜਿਆ, ਇੱਕ ਅਬਦੁਲ ਖਾਂ ਹੈ ਤੇ ਦੂਸਰਾ ਜਿਹੜਾ ਮੁਹੰਮਦ ਖਾਂ, ਇਹਨਾਂ ਨੂੰ ਪ੍ਰਿਥੀ ਚੰਦ ਬੇਨਤੀ ਕਰ ਰਹੇ ਆਪਣੇ ਵੱਲੋਂ, ਕਹਿਣ ਲੱਗੇ ਘੱਟੋ ਘੱਟ ਮੇਰੀ ਇੰਨੀ ਸਿਫਾਰਿਸ਼ ਕਰੋ ਤੇ ਇਹ ਉਪਕਾਰ ਕਰੋ ਚਿੱਤ ਲਾਏ ਕਿ ਤੁਸੀਂ ਚਿੱਤ ਲਾ ਕੇ ਮੇਰੇ ਤੇ ਉਪਕਾਰ ਕਰ ਦਵੋ। ਫੇਰ ਸਦਾ ਮੈਂ ਤੁਮ ਕੋ ਦੇਵੋ, ਫਿਰ ਮੈਂ ਤੁਹਾਨੂੰ ਸਦਾ ਹੀ ਦਿੰਦਾ ਰਹਾਂਗਾ। ਗੁਰ ਘਰ ਕੋ ਜਸ ਹੋਏ ਸਰੂਪਾਏ। ਗੁਰੂ ਘਰ ਵਿੱਚ ਜਦੋਂ ਤੁਸੀਂ ਚੱਲ ਕੇ ਆਇਆ ਕਰੋਗੇ, ਜੇ ਮੈਨੂੰ ਕੋਈ ਵੱਡਾ ਨਗਰ ਮਿਲ ਗਿਆ, ਜੇ ਗੁਰਤਾ ਗੱਦੀ ਦਵਾ ਦਿਓ ਫਿਰ ਤੇ ਬਹੁਤ ਚੰਗੀ ਗੱਲ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਬਹੁਤ ਮਹਾਨ ਹੈ। ਤੇ ਜਦੋਂ ਵੀ ਤੁਸੀਂ ਚੱਲ ਕੇ ਆਇਆ ਕਰੋਗੇ ਤੁਹਾਨੂੰ ਸਿਰੋਪਾਉ ਦਵਾਵਾਂਗਾ, ਤੁਹਾਡਾ ਜਸ ਜਿਹੜਾ ਉਹ ਹੋਵੇਗਾ ਕਿ ਇਹਨਾਂ ਨੇ ਵਿੱਚ ਪਾ ਕੇ ਮੈਨੂੰ ਗੁਰਤਾ ਗੱਦੀ ਦਵਾਈ ਹੈ। ਸਿਰੋਪਾਉ ਦਾ ਭਾਵ ਇਹ ਵੀ ਹੁੰਦਾ ਹੈ ਸਿਰ ਤੋਂ ਲੈ ਕੇ ਪਾਉ ਪੈਰਾਂ ਤੱਕ ਮਾਣ, ਤੁਹਾਡਾ ਆਦਰ ਸਤਿਕਾਰ ਮੈਂ ਰੱਖਾਂਗਾ। ਕਰਹੁ ਖੁਦਾਏ ਰਾਹ ਇਹ ਕਾਰਜ, ਖੁਦਾ ਦੇ ਵਾਸਤੇ ਇਹ ਜਿਹੜਾ ਕੰਮ ਹੈ ਮੇਰਾ ਸਵਾਰ ਦਓ। ਵਡੋ ਸਬਬ ਹੋਏ ਸੁਖਦਾਈ। ਫਿਰ ਬਹੁਤ ਵੱਡਾ ਸੁਖਦਾਈ ਮੇਰੇ ਤੇ ਤੁਹਾਡਾ ਉਪਕਾਰ ਹੋਵੇਗਾ। ਚਾਤੁਰਤਾ ਜਿਤੋ ਹਜਰਤ ਫੇਰੋ, ਬੜੀ ਚਤੁਰਾਈ ਨਾਲ ਸਿਆਣਪ ਨਾਲ, ਕਿਉਂਕਿ ਮੈਨੂੰ ਸੁਲੀ ਖਾਂ ਨੇ ਦੱਸਿਆ ਹੈ ਕਿ ਤੁਸੀਂ ਬੜੇ ਸਿਆਣੇ ਹੋ, ਗੱਲਾਂ ਕਰਨ ਵਿੱਚ ਬੜੇ ਚਾਤੁਰ ਹੋ, ਚਤੁਰਾਈ ਦੇ ਨਾਲ ਬਾਦਸ਼ਾਹ ਨੂੰ ਮੇਰੇ ਪੱਖ ਦੀ ਗੱਲ ਕਰੋ। ਲਖੇ ਨਾ ਜਿਸਤੇ ਲਿਹੋ ਮਨਾਏ। ਇਸ ਤਰ੍ਹਾਂ ਬਾਦਸ਼ਾਹ ਨੂੰ ਮਨਾ ਲਓ ਜਿਸ ਤਰ੍ਹਾਂ ਉਹਨੂੰ ਪਤਾ ਹੀ ਨਾ ਲੱਗੇ ਕਿ ਮੈਂ ਤੁਹਾਨੂੰ ਰਿਸ਼ਵਤ ਦਿੱਤੀ ਹੈ ਕਿ ਤੁਸੀਂ ਮੇਰੇ ਪੱਖ ਦੀ ਗੱਲ ਬਾਦਸ਼ਾਹ ਦੇ ਕੋਲ ਕਰੋ। ਇਸ ਤਰ੍ਹਾਂ ਚਤੁਰਾਈ ਦੇ ਨਾਲ ਉਹਨੂੰ ਸਮਝਾਵੋ ਕਿ ਉਹਨੂੰ ਕੋਈ ਗੱਲ ਪਤਾ ਹੀ ਨਾ ਲੱਗੇ। ਸਮਤਵੰਤ ਇਹ ਪੱਖੀ ਪਰਖਾ, ਇਹ ਜਾਣੇ ਕਿ ਤੁਸੀਂ ਸੁਮਤਵਾਨ ਹੋ, ਕਿ ਇਹ ਉਹ ਚੰਗੀ ਮੱਤ ਵਾਲਾ ਬਾਦਸ਼ਾਹ ਕਿਤੇ ਇਹ ਨਾ ਪਰਖੇ, ਇਹ ਨਾ ਜਾਣ ਲੈ ਕਿ ਤੁਸੀਂ ਮੇਰੇ ਪੱਖੀ ਹੋ। ਸੁਲਹੀ ਕੋ ਪਰਖਿਓ ਜਿਸ ਭਾਏ। ਜਿਸ ਤਰ੍ਹਾਂ ਸੁਲੀ ਖਾਂ ਨੂੰ ਪਹਿਲਾਂ ਪਛਾਣ ਗਿਆ ਕਿ ਸੁਲੀ ਖਾਂ ਨੇ ਮੇਰੇ ਪੱਖ ਦੀ ਗੱਲ ਕੀਤੀ, ਉਹਨੇ ਭਰੀ ਸਭਾ ਦੇ ਵਿੱਚ ਕਹਿ ਦਿੱਤਾ ਸੀ ਜੋ ਗੁਰੂ ਰਾਮਦਾਸ ਜੀ ਨੇ ਕੀਤਾ ਹੈ ਉਹਨੂੰ ਕੋਈ ਬਦਲ ਨਹੀਂ ਸਕਦਾ। ਇਸ ਤਰ੍ਹਾਂ ਤੁਹਾਨੂੰ ਵੀ ਮੇਰੇ ਕੋਈ ਪੱਖੀ ਨਾ ਜਾਣ ਸਕੇ। ਚਤੁਰਾਈ ਨਾਲ ਸਿਆਣਪ ਦੇ ਨਾਲ ਤੁਸੀਂ ਬਾਦਸ਼ਾਹ ਦੀ ਬੁੱਧੀ ਫੇਰ ਦਵੋ। ਉਮਰਾਵਨ ਸੁਨ ਖਾਤਰ ਕੀ ਨਸ, ਇਹ ਬਾਬੇ ਪ੍ਰਿਥੀ ਚੰਦ ਦੀ ਗੱਲ ਸੁਣ ਕੇ ਉਮਰਾਵਾਂ ਨੇ ਬੜੀ ਖਾਤਰਦਾਰੀ ਕੀਤੀ। ਹਮ ਹਜਰਤ ਕੋ ਲਖੈ ਸੁਭਾਏ। ਕਹਿਣ ਲੱਗੇ ਪ੍ਰਿਥੀ ਚੰਦ ਨੂੰ ਕਿ ਅਸੀਂ ਬਾਦਸ਼ਾਹ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਇਸ ਵਿਦ ਕਹੇ ਨ ਜਾਣੈ ਮਨ ਮੈਂ। ਕਿਸ ਵਿਦ ਕਹੇ, ਕਿਸ ਤਰ੍ਹਾਂ ਉਹਨੂੰ ਜਾ ਕੇ ਪਰਮਾਈਏ, ਜਾਂ ਕਿਸ ਤਰ੍ਹਾਂ ਕਹੀਏ ਕਿ ਉਹ ਸਾਨੂੰ ਜਾਣ ਨਾ ਸਕੇ। ਹਰ ਤੇਰੋ ਕਾਰਜ ਬਣ ਜਾਏ। ਜਿਹੜਾ ਤੇਰਾ ਕੰਮ ਹੈ ਸਫਲਾ ਹੋ ਜਾਵੇ। ਨਿਆਮ ਵਿਚਾਰਤ ਬਹੁਤ ਬੇਰ ਲਗ, ਕਿਉਂਕਿ ਜਿਹੜਾ ਬਾਦਸ਼ਾਹ ਹੈ ਨਿਆਉ ਵਿਚਾਰਤ ਬਹੁਤ ਬੇਰ ਲਗ, ਦੇਸ਼ ਵਿਖੈ ਹੋਏ ਨਾ ਕੋ ਨਿਆਏ। ਉਹ ਚੰਗੀ ਤਰ੍ਹਾਂ ਨਿਆਂ ਕਰਕੇ ਪ੍ਰਸੰਨ ਹੁੰਦਾ ਹੈ, ਕਿਸੇ ਨਾਲ ਅਨਿਆਂ ਨਾ ਹੋ ਜਾਵੇ ਉਹ ਧਿਆਨ ਵਿੱਚ ਰੱਖਦਾ ਹੈ। ਰੰਗ ਧਨੀ ਨਰ ਨਾਰ ਨੀਚ ਊਚ, ਭਾਵੇਂ ਕੋਈ ਗਰੀਬ ਹੈ ਭਾਵੇਂ ਅਮੀਰ ਹੈ, ਉੱਚਾ ਹੈ ਨੀਵਾਂ ਹੈ, ਸਭ ਹੀ ਆਪ ਸੁਨੈ ਚਿਤ ਲਾਏ। ਸਾਰਿਆਂ ਦੀ ਗੱਲ ਆਪ ਚਿੱਤ ਲਾ ਕੇ ਸੁਣਦਾ ਹੈ। ਗ੍ਰਾਮ ਦੇਣ ਤੋਂ ਮਾਨ ਲੇਹਿੰਗੋ, ਜੇ ਨਗਰ ਲੈਣ ਦੀ ਗੱਲ ਤੂੰ ਕਰਦਾ ਹੈ ਉਹ ਤਾਂ ਗੱਲ ਤੇਰੀ ਉਹ ਮੰਨ ਲਏਗਾ, ਗਾਦੀ ਦੇਣ ਵਿਖੈ ਸੰਦੇਹ। ਪਰ ਗੱਦੀ ਲੈਣ ਵਿੱਚ ਸਾਨੂੰ ਵੀ ਸ਼ੰਕਾ ਹੈ। ਇਹ ਸਮਝ ਗਏ ਇਹ ਵੀ ਕਿ ਜਿਹੜੀ ਗੁਰੂ ਨਾਨਕ ਸਾਹਿਬ ਦੀ ਘਰ ਦੀ ਗੱਦੀ ਹੈ ਉਹ ਯਤਨ ਕੀਤਿਆਂ ਵੀ ਕੋਈ ਲੈ ਨਹੀਂ ਸਕਦਾ। ਇਸ ਲਈ ਕਹਿਣ ਲੱਗੇ ਵੇਖ ਬਾਦਸ਼ਾਹ ਹੈ ਤਾਂ ਬੜਾ ਸਿਆਣਾ, ਪਰ ਸਿਆਣਪ ਇਹਦੇ ਵਿੱਚ ਹੀ ਸੀ ਕਿ ਬਾਦਸ਼ਾਹ ਦੇ ਵੱਸ ਦੀ ਵੀ ਗੱਲ ਨਹੀਂ। ਕਹਿਣ ਲੱਗਾ ਹੋ ਸਕਦਾ ਕਿ ਬਾਦਸ਼ਾਹ ਨਗਰ ਦੇਣ ਵਿੱਚ ਤੈਨੂੰ ਮੰਨ ਜਾਵੇ, ਪਰ ਗੱਦੀ ਲੈਣ ਵਿੱਚ ਸ਼ੰਕਾ ਹੈ। ਨਿਰਣੇ ਨੀਕੋ ਨਿਆਉ ਨਬੀਰਾ, ਨਿਰਣਾ ਚੰਗੀ ਤਰ੍ਹਾਂ ਕਰਦਾ ਹੈ ਤੇ ਨਿਆਂ ਕਰੇਗਾ। ਇਸ ਤੇ ਤੁਝੇ ਨ ਪਹੁੰਚੈ ਕੇ, ਤੇ ਉਹ ਤੇਰੇ ਕਰਕੇ ਕਦੇ ਵਾਸਤੇ ਉਹ ਜਿਹੜਾ ਅਨਿਆਂ ਨਹੀਂ ਕਰੇਗਾ। ਪਿਤਾ ਪ੍ਰਵੀਨ ਪ੍ਰਸੰਨ ਹੋਏ ਕਰ, ਕਿਉਂਕਿ ਤੁਹਾਡੇ ਪਿਤਾ ਗੁਰੂ ਰਾਮਦਾਸ ਜੀ ਬੜੇ ਚਤਰ ਤੇ ਉਹਨਾਂ ਨੇ ਪ੍ਰਸੰਨ ਹੋ ਕੇ ਲਗ ਸੁਤ ਕੋ ਦੀਨਸ ਕਰ ਲੇ ਨੇਹ। ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ। ਨਿਆਉ ਕਰਤ ਨੈ ਸੁਨੈ ਸਿਪਾਰਸ਼, ਤੇ ਉਹ ਬਾਦਸ਼ਾਹ ਜਿਹੜਾ ਨਿਆਂ ਕਰਨ ਲੱਗਿਆ ਕਿਸੇ ਦੀ ਸਿਫਾਰਿਸ਼ ਨਹੀਂ ਸੁਣਦਾ। ਜਥਾ ਜੋਗ ਮੈਂ ਪ੍ਰੀਤ ਕਰੇ, ਉਹ ਤਾਂ ਉਸੇ ਵਿੱਚ ਹੀ ਪ੍ਰੀਤੀ ਰੱਖਦਾ ਏ ਜੋ ਜਥਾ ਜੋਗ ਕੰਮ ਹੋਵੇ।
ਜਿਹੜਾ ਕੰਮ ਸਹੀ ਹੈ। ਨਿਆਂ ਕਰਨ ਕੀ ਬਾਤ ਸੁਣਾਵਾ, ਹਾਂ, ਤੈਨੂੰ ਦੱਸਦੇ ਹਾਂ ਕਿ ਉਹ ਨਿਆਂ ਬਾਦਸ਼ਾਹ ਕਿਸ ਤਰ੍ਹਾਂ ਕਰਦਾ ਹੈ। ਗੁਰ ਨੰਦਨ ਸੁਣਦੇ ਕਰ ਕਾਣ, ਐ ਗੁਰੂ ਪੁੱਤਰ ਕੰਨ ਦੇ ਕੇ ਸਾਡੀ ਗੱਲ ਸੁਣ। ਘੰਟਾ ਸਿਰ ਪਰ ਲਰਕਤ ਨਿਸ ਦਿਨ, ਬਾਦਸ਼ਾਹ ਦੇ ਸਿਰ ਦੇ ਉੱਤੇ ਦਿਨ ਰਾਤ ਇੱਕ ਘੰਟੀ ਲਮਕਦੀ ਹੈ। ਰਹਿ ਬਾਜ਼ਾਰ ਮਹਿਰਜੂ ਮਹਾਨ, ਉਸ ਦੀ ਜਿਹੜੀ ਰੱਸੀ ਹੈ ਨਾ ਘੰਟੀ ਦੀ, ਉਹ ਬਾਜ਼ਾਰ ਦੇ ਵਿੱਚ ਰਹਿੰਦੀ ਹੈ। ਜਲ ਪਖਾਰ ਕੋ ਲਾਦੇ, ਇੱਕ ਦਿਨ ਦੀ ਗੱਲ ਸੁਣ ਕਿ ਕੋਈ ਮਾਛੀ ਜਿਹੜੇ ਬਲਦਾਂ ਦੇ ਉੱਤੇ ਵੱਡੇ ਵੱਡੇ ਪਾਣੀ ਦੇ ਬਰਤਨ ਜਿਹੜੇ ਹਨ ਉਹ ਰੱਖ ਕੇ ਨਗਰ ਨਗਰ ਪਾਣੀ ਢੋਂਦੇ ਹਨ। ਕਹਿੰਦੇ ਇੱਕ ਦਿਨ ਗੱਲ ਸੁਣ ਕਿ ਇੱਕ ਮਾਛੀ ਬਾਜ਼ਾਰ ਦੇ ਵਿੱਚ ਲੰਘ ਰਿਹਾ ਸੀ। ਬ੍ਰਖੰਬ ਅਗਾਰੀ ਕਰਤ ਪਿਆਣ, ਉਸ ਨੇ ਬਲਦ ਜਿਹੜੇ ਸਨ ਉਹ ਅੱਗੇ ਆਪਣੇ ਤੋਰੇ ਹੋਏ ਸਨ। ਜਲਦਾਨੀ ਤਹ ਪੀਛੇ ਹਾਂਕਤ, ਜਿਹੜੇ ਮਾਛੀ ਸਨ ਬਲਦ ਤੋਰਨ ਵਾਲੇ, ਉਹ ਬਲਦਾਂ ਦੇ ਪਿੱਛੇ ਪਿੱਛੇ ਚੱਲ ਰਹੇ ਸੀ ਤੇ ਬਲਦਾਂ ਨੂੰ ਹਾਂਕ ਰਹੇ ਸਨ। ਚਲਦ ਚਲਦੇ ਆਏ ਤਿਸ ਥਾਨ, ਚਲਦਿਆਂ ਚਲਦਿਆਂ ਉਸ ਜਗ੍ਹਾ ਪਹੁੰਚ ਗਏ ਹਨ। ਬ੍ਰਖੰਬ ਚਰਨ ਸੋ ਰੱਜੂ ਲਾਗੀ, ਬਲਦਾਂ ਦਾ ਪੈਰ ਜਿਹੜੀ ਘੰਟੀ ਦੀ ਰੱਸੀ ਸੀ ਉਹਨਾਂ ਦੇ ਨਾਲ ਲੱਗਾ। ਐਂਚੀ ਗਈ ਸੋ ਘੰਟਾ ਹਾਲ, ਪੈਰਾਂ ਦੇ ਨਾਲ ਉਹ ਰੱਸੀ ਖਿੱਚੀ ਗਈ। ਉਹ ਰੱਸੀ ਖਿੱਚਣ ਦੇ ਨਾਲ ਜਿਹੜੀ ਬਾਦਸ਼ਾਹ ਦੇ ਸਿਰ ਤੇ ਘੰਟੀ ਲਮਕਦੀ ਸੀ ਉਹ ਖੜਕ ਗਈ ਹੈ। ਬਾਜਤ ਨਾਦ ਭਇਓ ਤਸਕੇਰਾ, ਜਦੋਂ ਘੰਟੀ ਖੜਕੀ, ਘੰਟੀ ਖੜਕਣ ਦੇ ਨਾਲ ਬਹੁਤੀ ਆਵਾਜ਼ ਹੋਈ ਹੈ। ਹਜ਼ਰਤ ਬੈਠਿਓ ਤਰੇ ਕਿਰਪਾਲ, ਤੇ ਉਸ ਘੰਟੀ ਦੇ ਹੇਠਾਂ ਬਾਦਸ਼ਾਹ ਜਹਾਂਗੀਰ ਬੈਠਾ ਸੀ। ਸੁਣਤ ਸ਼ਬਦ ਕੋ ਕਹਾਂ ਲਿਹੋ ਸੁਧ, ਜਦੋਂ ਉਸ ਘੰਟੀ ਦੀ ਆਵਾਜ਼ ਬਾਦਸ਼ਾਹ ਨੇ ਸੁਣੀ, ਆਵਾਜ਼ ਦੇ ਕੇ ਆਪਣੇ ਸਿਪਾਹੀਆਂ ਨੂੰ ਕਹਿੰਦਾ ਜਾਓ ਬਾਜ਼ਾਰ ਵਿੱਚ ਜਾ ਕੇ ਖਬਰ ਲਵੋ। ਦੋਰੇ ਮਾਨਵ ਗਣ ਤਤਕਾਲ, ਇਸ ਦੀ ਗੱਲ ਸੁਣ ਕੇ ਜਿਹੜੇ ਇਸ ਦੇ ਸਿਪਾਹੀ ਸਨ ਉਹ ਦੌੜ ਕੇ ਗਏ। ਖੋਜਨ ਲਗੇ ਬਿਲੋ ਕਿਉ ਨਹਿ ਸੋ, ਲੱਭਣ ਲੱਗੇ ਪਰ ਕੁਝ ਵੀ ਉਹਨਾਂ ਨੂੰ ਬਾਜ਼ਾਰ ਵਿੱਚ ਨਹੀਂ ਲੱਭਾ। ਇਤ ਉਤ ਬੂਜਤ ਭੇ ਨਰ ਜਾਲ, ਇੱਧਰ ਉੱਧਰ ਜਿਹੜੇ ਬਾਜ਼ਾਰ ਵਿੱਚ ਮਨੁੱਖ ਖੜੇ ਸੀ ਉਹਨਾਂ ਦੇ ਤਾਈਂ ਬਾਦਸ਼ਾਹ ਦੇ ਸਿਪਾਹੀਆਂ ਨੇ ਪੁੱਛਿਆ। ਇਕ ਨੇ ਕਹਿਓ ਬ੍ਰਖੰਬ ਪਗ ਲਾਗਿਓ, ਹਾਂ, ਇੱਕ ਬਾਜ਼ਾਰ ਵਿੱਚ ਮਨੁੱਖ ਸੀ, ਉਹਨੇ ਸਾਰੀ ਗੱਲ ਦੱਸੀ। ਕਹਿਣ ਲੱਗੇ ਕਿਸੇ ਬੰਦੇ ਨੇ ਰੱਸੀ ਨਹੀਂ ਖਿੱਚੀ, ਇੱਥੋਂ ਬਲਦ ਲੰਘ ਰਹੇ ਸੀ, ਉਹਨਾਂ ਦੇ ਪੈਰਾਂ ਦੇ ਨਾਲ ਰੱਸੀ ਖਿੱਚੀ ਗਈ ਹੈ। ਰੱਜੂ ਚਲ ਘੰਟਾ ਠਨਕਾਰ, ਰੱਸੀ ਖਿੱਚਣ ਦੇ ਨਾਲ ਘੰਟੀ ਦੀ ਆਵਾਜ਼ ਹੋਈ ਹੈ। ਸੁਨ ਅਜਰਤ ਕੋ ਸੁਨ ਸੁਧ ਕਰ ਦੀਨਸ, ਸਿਪਾਹੀਆਂ ਨੇ ਬਾਜ਼ਾਰ ਵਿੱਚੋਂ ਇਹ ਗੱਲ ਸੁਣੀ ਤੇ ਆ ਕੇ ਬਾਦਸ਼ਾਹ ਨੂੰ ਖਬਰ ਦਿੱਤੀ ਹੈ। ਨਹਿ ਕਿਸ ਨਰ ਨੇ ਕੀਨ ਪੁਕਾਰ, ਕਹਿਣ ਲੱਗੇ ਕਿਸੇ ਮਨੁੱਖ ਨੇ ਵੀ ਤੁਹਾਡੇ ਅੱਗੇ ਪੁਕਾਰ ਨਹੀਂ ਕੀਤੀ। ਜਲਦਾ ਨੀਂਦ ਕੇ ਬੈਲ ਚਰਨ ਲਗ, ਮਾਛੀ ਆਪਣੇ ਬੈਲ ਲੈ ਕੇ ਜਾ ਰਹੇ ਸਨ ਤੇ ਬਲਦ ਦਾ ਪੈਰ ਜਿਹੜਾ ਸੀ ਉਹ ਰੱਸੀ ਦੇ ਨਾਲ ਲੱਗਾ ਹੈ। ਹਾਲ ਗਿਓ ਉਠਨਾ ਦੇ ਉਧਾਰ, ਰੱਸੀ ਖਿੱਚਣ ਦੇ ਨਾਲ ਇਹ ਘੰਟੀ ਖੜਕੀ ਹੈ ਤਾਂ ਬਹੁਤੀ ਆਵਾਜ਼ ਹੋਈ ਹੈ। ਜਿਥਾ ਜੋਗ ਤੁਮ ਪੂਜਾ ਬਸ ਹੈ, ਤੁਹਾਡੀ ਪ੍ਰਜਾ ਜਿਹੜੀ ਆ ਉਹ ਸੁਖ ਸ਼ਾਂਤੀ ਦੇ ਨਾਲ ਵਸ ਰਹੀ ਹੈ। ਸੁਖ ਨੇ ਬਲ ਸਬਲ ਸਭ ਹੋਏ ਇਕਸਾਰ, ਸਾਰੇ ਗਰੀਬ ਅਤੇ ਅਮੀਰ ਬਹੁਤ ਸੁਖ ਦੇ ਨਾਲ ਰਹਿ ਰਹੇ ਹਨ। ਜਹਾਂਗੀਰ ਨੇ ਪੁਨਹ ਪਠਾਏ, ਜਦੋਂ ਸਿਪਾਹੀਆਂ ਕੋਲੋਂ ਇਹ ਗੱਲ ਸੁਣੀ ਬਾਦਸ਼ਾਹ ਦੇ ਮਨ ਵਿੱਚ ਫਿਰ ਸ਼ੰਕਾ ਰਿਹਾ। ਉਹਨੇ ਆਪਣੇ ਸਿਪਾਹੀ ਫਿਰ ਬਾਜ਼ਾਰ ਵਿੱਚ ਭੇਜੇ। ਆਨਿਓ ਬ੍ਰਖੰਬ ਲਦਿਓ ਤਿਸ ਭਾਂਤ, ਕਹਿਣ ਲੱਗਾ ਜਿਸ ਤਰ੍ਹਾਂ ਇਹ ਬੈਲ ਸਮਾਨ ਦੇ ਨਾਲ ਵਸਤੂਆਂ ਨਾਲ ਲੱਦੇ ਹੋਏ ਨੇ ਨਾ, ਉਸੇ ਤਰ੍ਹਾਂ ਉਹ ਬੈਲ ਮੇਰੇ ਕੋਲ ਲੈ ਕੇ ਆਵੋ। ਜਿਮ ਗਮ ਨਤ ਪਗ ਰੱਜੂ ਐ ਚਲੀ, ਜਿਸ ਤਰ੍ਹਾਂ ਚਲਦਿਆਂ ਚਲਦਿਆਂ ਉਹਨਾਂ ਪੈਰਾਂ ਦੇ ਨਾਲ ਰੱਸੀ ਖਿੱਚੀ ਗਈ ਹੈ। ਦੁਖਤ ਪੁਕਾਰ ਕਰੇ ਜਿਮ ਜਾਤ, ਮੈਨੂੰ ਇੰਜ ਲੱਗਦਾ ਕਿ ਉਹਨਾਂ ਨੇ ਦੁਖੀ ਹੋ ਕੇ ਕੋਈ ਪੁਕਾਰ ਕੀਤੀ ਹੈ। ਬਿਨ ਦੁਖ ਮਮ ਘੰਟਾ ਨਾ ਹਿਲਾਵਤ, ਬਿਨਾਂ ਦੁੱਖ ਤੋਂ ਕੋਈ ਵੀ ਇਹ ਘੰਟੀ ਨਹੀਂ ਵਜਾਉਂਦਾ। ਕਰਹੁਨੇ ਆਓ ਤੇ ਪਿਖ ਬਿਰਤਾਂਤ, ਉਹਨਾਂ ਬਲਦਾਂ ਨੂੰ ਲੈ ਕੇ ਆਓ, ਪਹਿਲਾਂ ਮੈਂ ਬਲਦ ਦੇਖਾਂਗਾ ਫਿਰ ਦੇਖ ਕੇ ਨਿਆਂ ਕਰਾਂਗਾ। ਮਤ ਬਿਸਮਤ ਨਿਰਗਏ ਦੌਰ ਕਰ, ਸਿਪਾਹੀ ਬਾਦਸ਼ਾਹ ਦੀ ਗੱਲ ਸੁਣ ਕੇ ਦੌੜ ਕੇ ਬਾਜ਼ਾਰ ਵਿੱਚ ਫਿਰ ਗਏ ਹਨ। ਜਹਾਂ ਬੈਲ ਅਰ ਧੋ ਜਲ ਦਾਤ, ਜਿੱਥੇ ਬਲਦ ਲੈ ਕੇ ਬੈਲ ਲੈ ਕੇ ਮਾਛੀ ਜਾ ਰਹੇ ਸਨ, ਜਿਸੇ ਰੀਤ ਸੋ ਬ੍ਰਖੰਬ ਲਦਾਇਓ, ਉਸੇ ਤਰ੍ਹਾਂ ਸਮਾਨ ਦੇ ਨਾਲ ਲੱਦੇ ਹੋਏ ਜਿਹੜੇ ਬੈਲ ਸੀ ਉਹ ਵਾਪਸ ਲਿਆਂਦੇ। ਹਾਂ ਕਿਹ ਪਾਸ਼ੇ ਗਮਣਿਓ ਸੋਏ, ਜਿਹੜੇ ਮਾਛੀ ਸਨ ਉਹਨਾਂ ਨੂੰ ਹਾਂਕਦਿਆਂ ਹੋਇਆਂ ਪਿੱਛੇ ਆਪ ਚੱਲ ਕੇ ਆਏ ਹਨ। ਆਨਿਓ ਪਾਤਸ਼ਾਹ ਜਹ ਬੈਠਿਓ, ਬੈਲ ਉੱਥੇ ਲਿਆਂਦੇ ਜਿੱਥੇ ਬਾਦਸ਼ਾਹ ਬੈਠਾ ਸੀ। ਸਭਾ ਲਗੀ ਦੇਖਤ ਸਭ ਕੋਏ, ਬਾਦਸ਼ਾਹ ਦੀ ਸਭਾ ਲੱਗੀ ਹੋਈ ਸਾਰੇ ਦੇਖ ਰਹੇ ਸਨ। ਹਜ਼ਰਤ ਕਹਿਓ ਬੈਲ ਕੋ ਹੱਕ ਹੈ, ਬਾਦਸ਼ਾਹ ਕਹਿਣ ਲੱਗਾ ਕਿ ਤੁਸੀਂ ਬੈਲਾਂ ਨੂੰ ਹਾਂਕ ਰਹੇ ਹੋ। ਲਈ ਉਠਾਏ ਪਖਾਲੇ ਦੋਏ, ਤੇ ਉਸ ਵੇਲੇ ਕਹਿੰਦਾ ਹੈ ਕਿ ਬੈਲ ਜਿਹੜੇ ਨੇ ਤਾਂ ਪੁਕਾਰ ਕਰ ਰਹੇ ਨੇ ਕਿਉਂਕਿ ਉਹਨੇ ਆਪ ਚੰਗੀ ਤਰ੍ਹਾਂ ਦੇਖਿਆ ਹੈ
ਕਿ ਲਈ ਉਠਾਏ ਪਖਾਲਾਂ ਦੋਏ। ਹਜ਼ਰਤ ਕਹਿਓ ਬੈਲ ਕੋ ਹੱਕ ਹੈ, ਕਿ ਬੈਲਾਂ ਦੇ ਤਾਈਂ ਹੱਕ ਇਹ ਹੈ ਕਿ ਇਹ ਦੋ ਜਿਹੜੇ ਪਾਣੀ ਦੀਆਂ ਮਸ਼ਕਾਂ ਹਨ ਉਹ ਚੁੱਕ ਸਕਦੇ ਹਨ। ਬਹੁਰ ਤੀਸਰੀ ਲਾਦਸ ਲਾਦਨ ਕੀ ਨਸ। ਪਰ ਤੁਸੀਂ ਬੈਲ ਦੇ ਉੱਤੇ ਜਿਹੜੀ ਤੀਸਰੀ ਮਸ਼ਕ ਪਾਣੀ ਦੀ ਲੱਦੀ ਹੈ, ਇਹ ਅਨਿਆਏ ਇਸ ਸੰਗੀ ਹੋਏ। ਇਹ ਬੈਲਾਂ ਦੇ ਨਾਲ ਬੜਾ ਅਨਿਆਂ ਹੋ ਰਿਹਾ, ਧੱਕਾ ਹੋ ਰਿਹਾ ਹੈ। ਯਾਤੇ ਮਮ ਘੰਟਾ ਠਨਕਾਇਓ। ਇਸ ਕਰਕੇ ਇਹਨਾਂ ਬੈਲਾਂ ਨੇ ਇਹ ਘੰਟੀ ਜਿਹੜੀ ਸੀ ਖੜਕਾ ਦਿੱਤੀ ਹੈ। ਹੋਏ ਦੁਖੀ ਇਮਕੀਨ ਪੁਕਾਰ। ਇਹਨਾਂ ਬੈਲਾਂ ਨੇ ਦੁਖੀ ਹੋ ਕੇ ਪੁਕਾਰ ਕੀਤੀ ਹੈ। ਅਬ ਤੇ ਆਗੇ ਸਭ ਖੰਬਣਾ। ਅੱਜ ਤੋਂ ਬਾਅਦ ਇਹਨਾਂ ਬੈਲਾਂ ਦੇ ਉੱਤੇ ਕੋ ਲਾਦੋ ਦੋਏ ਪਖਾਲੇ ਪਹਾਰ। ਕੇਵਲ ਦੋ ਮਚਕਾਂ ਹੀ ਪਾਣੀ ਦੀਆਂ ਲੱਦੋ। ਇਹ ਬੈਲਾਂ ਦੇ ਨਾਲ ਧੱਕਾ ਕਰ ਰਹੇ ਹੋ ਕਿ ਤੁਸੀਂ ਤੀਸਰੀ ਮਸ਼ਕ ਪਾਣੀ ਦੀ ਨਾਲ ਲੱਦੀ। ਕਈ ਵਾਰੀ ਆਪਾਂ ਦੇਖਦੇ ਹਾਂ ਕਈ ਜਿਹੜੇ ਰਾਜੇ ਨੇ ਉਹ ਤਾਂ ਧਰਮੀ ਹੁੰਦੇ ਨੇ, ਉਹ ਤਾਂ ਸਾਰੀ ਪ੍ਰਜਾ ਦੇ ਨਾਲ ਨਿਆਂ ਕਰਦੇ ਨੇ ਕਿ ਉਹਨਾਂ ਦੇ ਰਾਜ ਦੇ ਵਿੱਚ ਕੋਈ ਤੰਗ ਨਾ ਹੋਵੇ, ਪਰੇਸ਼ਾਨ ਨਾ ਹੋਵੇ, ਪਰ ਉਹ ਸਾਰੀ ਮਨੁੱਖਤਾ ਦੇ ਨਾਲ ਪਿਆਰ ਵੀ ਕਰਦੇ ਨੇ। ਜਿਸ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਆਪਾਂ ਦੇਖਦੇ ਹਾਂ, ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਕਦੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਫਿਰ ਸਜ਼ਾ ਕੀ ਦਿੰਦੇ ਸਨ ਇਹ ਵੀ ਸੁਣਨ ਨੂੰ ਮਿਲਿਆ। ਬਾਕੀ ਤਾਂ ਜ਼ਿਆਦਾ ਆਪ ਸੂਝਵਾਨ ਜਾਣਦੇ ਹੋ ਕਿ ਉਹਨਾਂ ਦੇ ਰਾਜ ਵਿੱਚ ਕੋਈ ਜੇਲ੍ਹ ਵੀ ਜਿਹੜੀ ਸੀ ਉਹ ਨਹੀਂ ਮਿਲਦੀ ਸੀ। ਫਿਰ ਜਿਹੜਾ ਜ਼ੁਲਮ ਕਰਦਾ ਸੀ ਸਜ਼ਾ ਕੀ ਦਿੰਦੇ ਸਨ ਕਿ ਉਹਨੂੰ ਪੰਜਾਬ ਦੇਸ਼ ਦੇ ਵਿੱਚੋਂ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਸੀ। ਸਭ ਤੋਂ ਵੱਡੀ ਸਜ਼ਾ ਹੀ ਇਹ ਮਨੁੱਖ ਲਈ ਹੁੰਦੀ ਸੀ ਕਿ ਇਸ ਖੁਸ਼ਹਾਲ ਦੇਸ਼ ਵਿੱਚ ਉਹਨੂੰ ਦੇਸ਼ ਨਿਕਾਲਾ ਮਿਲ ਜਾਣ। ਐਸੇ ਧਰਮੀ ਰਾਜੇ ਵੀ ਹੋਏ ਨੇ ਕਿ ਆਪਣੀ ਪ੍ਰਜਾ ਦੇ ਨਾਲ ਨਿਆਂ ਕਰਦੇ ਨੇ, ਅਨਿਆਂ ਹੋਣ ਨਹੀਂ ਦਿੰਦੇ। ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਹਰ ਇੱਕ ਸੰਦੂਕੜੀ ਹੁੰਦੀ ਸੀ ਕਿ ਕੋਈ ਵੀ ਉਸ ਸੰਦੂਕੜੀ ਦੇ ਵਿੱਚ ਆ ਕੇ ਆਪਣਾ ਖੱਤ ਪਾ ਸਕਦਾ ਸੀ, ਜਿਸ ਦੀ ਚਾਬੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਹੁੰਦੀ ਸੀ। ਉਹ ਤਾਂ ਧਰਮੀ ਰਾਜੇ ਸਨ, ਪਰ ਕੁਝ ਰਾਜੇ ਐਸੇ ਹੁੰਦੇ ਨੇ ਕਿ ਪ੍ਰਜਾ ਨੂੰ ਦਿਖਾਉਣ ਵਾਸਤੇ ਕਿ ਅਸੀਂ ਬੜੇ ਲੋਕ ਭਲਾਈ ਦੇ ਕੰਮ ਕਰਦੇ, ਕਿ ਅਸੀਂ ਇਹਨਾਂ ਜਾਨਵਰਾਂ ਦੇ ਉੱਤੇ ਵੀ ਕਿੰਨੀ ਰਹਿਮ ਕਰਦੇ ਹਾਂ, ਸਾਨੂੰ ਪ੍ਰਜਾ ਦੇ ਨਾਲ ਨਾਲ ਇਹਨਾਂ ਜੀਵਾਂ ਦਾ ਵੀ ਕਿੰਨਾ ਖਿਆਲ ਹੈ ਕਿ ਕੋਈ ਇਸ ਤਰ੍ਹਾਂ ਦੀ ਅਚਨਚੇਤ ਕੋਈ ਘਟਨਾ ਵਾਪਰਨੀ ਅਤੇ ਉਹਨੂੰ ਵੱਡਾ ਕਰਕੇ ਦਿਖਾ ਦੇਣਾ ਕਿ ਲੋਕ ਉਹਨਾਂ ਦੀ ਵਾਹ ਵਾਹ ਕਰਨ ਅਤੇ ਉਹਨਾਂ ਦੀ ਜਿਹੜੀ ਗੱਦੀ ਆ ਉਹ ਸਲਾਮਤ ਰਹੇ। ਇਸ ਤਰ੍ਹਾਂ ਦੇ ਕੰਮ ਵੀ ਕਰਦੇ ਨੇ। ਜਿਹੜੀ ਗੱਲਬਾਤ ਇਹ ਬਾਦਸ਼ਾਹ ਦੇ ਉਮਰਾਵ ਮੁਹੰਮਦ ਖਾਂ ਅਤੇ ਉਹਦਾ ਸਾਥੀ ਸੁਣਾ ਰਹੇ ਨੇ ਪ੍ਰਿਥੀ ਚੰਦ ਨੂੰ, ਕਹਿਣ ਲੱਗੇ ਕਿ ਬਾਦਸ਼ਾਹ ਇਸ ਤਰ੍ਹਾਂ ਨਿਆਂ ਕਰਦਾ ਹੈ ਕਿ ਬੈਲ ਜਾ ਰਹੇ ਸਨ, ਉਹਨਾਂ ਦੇ ਪੈਰਾਂ ਨਾਲ ਰੱਸੀ ਲੱਗੀ, ਘੰਟੀ ਬਾਦਸ਼ਾਹ ਦੀ ਖੜਕੀ, ਉਹਨੇ ਕਿਹਾ ਬੈਲ ਵਾਪਸ ਲਿਆਓ। ਬੈਲਾਂ ਦੇ ਉੱਤੇ 2 ਮਸ਼ਕਾਂ ਦੀ ਜਗ੍ਹਾ 3 ਮਸ਼ਕਾਂ ਲੱਦੀਆਂ ਸਨ। ਕਹਿਣ ਲੱਗਾ ਇਹ ਹੱਕ ਬਾਤ ਬੈਲਾਂ ਨੂੰ ਹੈ ਕਿ 2 ਮਸ਼ਕਾਂ ਲੱਦੋ, ਤੁਸੀਂ 3 ਲੱਦੀਆਂ ਨੇ, ਇਹ ਇਹਨਾਂ ਨਾਲ ਅਨਿਆਂ ਹੋ ਰਿਹਾ। ਅੱਗੇ ਤੋਂ ਸੁਚੇਤ ਕੀਤਾ ਕਿ ਇਹਨਾਂ ਬੈਲਾਂ ਦੇ ਉੱਤੇ 2 ਤੋਂ ਵੱਧ ਮਸ਼ਕਾਂ ਪਾਣੀ ਦੀਆਂ ਨਾ ਲੱਦੀਆਂ ਜਾਣ। ਬਹੁਰ ਤੀਸਰੀ ਧਰਹਿ ਜੇ ਉਪਰ। ਜੇ ਇਸ ਮਸ਼ਕ ਆਪਣੀ ਤੀਸਰੀ ਮਸ਼ਕ ਬੈਲ ਦੇ ਉੱਤੇ ਧਰੋਗੇ, ਹੋਏ ਗੁਨਾਹੀ ਕੈਦ ਮੁਝਾਰ। ਫਿਰ ਤੁਸੀਂ ਗੁਨਾਹਗਾਰ ਹੋਵੋਗੇ, ਤੁਹਾਨੂੰ ਕੈਦ ਵਿੱਚ ਪਾਵਾਂਗੇ। ਸਭਿਨ ਕੋ ਇਮ ਸੁਧ ਕਰ ਦੀਜਾ। ਇਸ ਤਰ੍ਹਾਂ ਸਾਰੇ ਮਾਛੀਆਂ ਨੂੰ ਖਬਰ ਕਰ ਦਵੋ। ਆਹੋ ਕੀਨ ਤਬ ਹੁਕਮੇ ਉਚਾਰ। ਇਹ ਬਾਦਸ਼ਾਹ ਨੇ ਜਿਹੜਾ ਹੁਕਮ ਸੀ ਆਪਣਾ ਸੁਣਾ ਦਿੱਤਾ। ਬੜ ਧਰਮ ਅਗਿਆ ਨਿਆਉ ਜਹ ਪਸ਼ੂਆਣਾ। ਕਹਿਣ ਲੱਗੇ ਪ੍ਰਿਥੀ ਚੰਦ ਨੂੰ ਕਿ ਬਾਦਸ਼ਾਹ ਜਿਹੜਾ ਹੈ ਨਾ ਉਹ ਬੜਾ ਧਰਮੀ ਰਾਜਾ ਹੈ, ਜਿਹੜਾ ਪਸ਼ੂਆਂ ਦੇ ਉੱਤੇ ਇੰਨਾ ਤਰਸ ਕਰਦਾ ਹੈ। ਮਾਨੁਹ ਕੀਤੇ ਕੋ ਤੋ ਕਿਆ ਹੈ ਬਾਤ। ਫਿਰ ਦੱਸੋ ਕਿ ਬੰਦੇ ਨਾਲ ਕਿਉਂ ਨਾ ਉਹ ਨਿਆਂ ਕਰੇ ਜਿਹੜਾ ਪਸ਼ੂਆਂ ਦੇ ਨਾਲ ਇੰਨਾ ਨਿਆਂ ਕਰਦਾ ਹੈ। ਇਮ ਸੁਨ ਪ੍ਰਥਿਆ ਦੁਖਤ ਭਇਓ ਉਰਾ। ਇਹ ਗੱਲ ਸੁਣ ਕੇ ਪ੍ਰਿਥੀ ਚੰਦ ਉਸ ਵੇਲੇ ਬਹੁਤ ਦੁਖੀ ਹੋਏ। ਗੁਰਤਾ ਆਸ ਤਿਆਗ ਪੁਛਤਾਤ। ਜਿਹੜੀ ਗੁਰਤਾ ਗੱਦੀ ਸੀ ਦੀ ਆਸ ਸੀ ਉਹ ਮਨ ਵਿੱਚੋਂ ਤਿਆਗ ਦਿੱਤੀ, ਬੜਾ ਪਛਤਾਉਂਦੇ ਹਨ। ਇਸ ਟਿਕ ਯਤਨ ਹੋਏ ਨਹਿ ਸਕੀਅਤ। ਕਿ ਹੁਣ ਮੇਰਾ ਇੱਥੇ ਕੋਈ ਵੀ ਜਿਹੜਾ ਯਤਨ ਹੈ ਉਹ ਸਫਲ ਨਹੀਂ ਹੋਵੇਗਾ। ਮਤ ਸੂਖਮ ਨਿਰਣੈ ਅਵਦਾਤ। ਬੜੀ ਸੂਖਮ ਮਤ ਦੇ ਨਾਲ ਬਾਦਸ਼ਾਹ ਨਿਆਂ ਕਰਦਾ ਹੈ। ਤਉ ਗ੍ਰਾਮ ਦੇ ਆਦਰ ਠਾਨੈ। ਪਰ ਘੱਟੋ ਘੱਟ ਮੈਨੂੰ ਬਾਦਸ਼ਾਹ ਦੇ ਕੋਲੋਂ ਕੋਈ ਨਗਰ ਦਵਾ ਦਿਓ, ਮੇਰਾ ਆਦਰ ਸਨਮਾਨ ਬਣਿਆ ਰਹੇ। ਇਸ ਮਹਿ ਵੀ ਮਮ ਪਤ ਰਹਿ ਜਾਤ। ਇਹਦੇ ਵਿੱਚ ਵੀ ਮੇਰੀ ਪਤ ਰਹਿ ਜਾਵੇਗੀ। ਲੈਣ ਵਾਸਤੇ ਵੱਡੀ ਵਸਤੂ ਆਏ ਸੀ, ਪਰ ਹੁਣ ਦੇਖਿਆ ਮਿਲਣਾ ਤੇ ਕੁਝ ਹੈ ਨਹੀਂ। ਚਲੋ ਜੋ ਮਿਲਦਾ ਉਹੀ ਲੈ ਚੱਲੀਏ, ਨਹੀਂ ਤਾਂ ਇੱਥੇ ਆਏ ਹਾਂ ਖਾਲੀ ਹੱਥ ਵਾਪਸ ਮੁੜੇ ਹਾਂ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ, ਘੱਟੋ ਘੱਟ ਇੱਕ ਨਗਰ ਹੀ ਮਿਲ ਜਾਵੇ।
ਉਹ ਨਗਰ ਮੈਂ ਆਪਣਾ ਬਣਾ ਕੇ ਉੱਥੇ ਰਹਾ। ਇਸ ਕਰਕੇ ਕਹਿਣ ਲੱਗੇ ਸਿਪਾਹੀਆਂ ਨੂੰ ਕਿ ਘੱਟੋ ਘੱਟ ਮੈਨੂੰ ਇੱਕ ਨਗਰ ਹੀ ਦਵਾ ਦਿਓ ਜਿਹਦੇ ਨਾਲ ਮੇਰੀ ਆਬਰੂ ਰਹਿ ਜਾਵੇ, ਪੱਤ ਰਹਿ ਜਾਵੇ। ਲੈ ਰਿਸ਼ਵਤ ਹਜਰਤ ਢਿਗ ਗਮਣੇ। ਪ੍ਰਿਥੀ ਚੰਦ ਪਾਸੋਂ 300 ਮੋਹਰਾਂ ਦੀ ਰਿਸ਼ਵਤ ਲਈ ਹੈ ਇਹਨਾਂ ਦੋ ਮਰਾਵਾਂ ਨੇ ਤੇ ਬਾਦਸ਼ਾਹ ਦੇ ਕੋਲ ਗਏ ਹਨ। ਸੁਲਹੀ ਆਪਣੇ ਸੰਗ ਮਿਲਾਏ। ਇਹਨਾਂ ਨੇ ਸੁਲੀ ਖਾਨ ਨੂੰ ਵੀ ਆਪਣੇ ਨਾਲ ਲਿਆ। ਕਹਿਣ ਲੱਗੇ ਬੰਦਾ ਤੇ ਤੇਰਾ ਹੈ ਨਾ, ਮਿੱਤਰ ਤਾਂ ਤੇਰਾ ਹੈ, ਤੂੰ ਵੀ ਸਾਡੇ ਨਾਲ ਚੱਲ। ਸੁਲੀ ਖਾਨ ਨੂੰ ਨਾਲ ਲੈ ਕੇ ਇਹ ਦੋਵੇਂ ਜਿਹੜੇ ਉਮਰਾਵ ਸਨ ਬਾਦਸ਼ਾਹ ਦੇ ਕੋਲ ਗਏ ਹਨ। ਕਹਿ ਕਰ ਪ੍ਰਿਥੀਆ ਨਿਕਟ ਹਕਾਰਿਓ। ਸੁਨੇਹਾ ਭੇਜਿਆ ਪ੍ਰਿਥੀ ਚੰਦ ਨੂੰ ਤੇ ਕੋਲ ਬੁਲਾ ਲਿਆ ਜਹਾਂਗੀਰ ਦੇ। ਲਗੇ ਤਾਰੀਫ ਕਰਨ ਸਮੁਦਾਏ। ਇਹ ਸਾਰੇ ਇਕੱਠੇ ਹੋ ਕੇ ਤੇ ਜਹਾਂਗੀਰ ਦੇ ਦਰਬਾਰ ਦੇ ਵਿੱਚ ਭਰੀ ਸਭਾ ਦੇ ਵਿੱਚ ਪ੍ਰਿਥੀ ਚੰਦ ਦੀ ਝੂਠੀ ਤਾਰੀਫ ਕਰਨ ਲੱਗੇ। ਪ੍ਰਥਮ ਭਏ ਸ੍ਰੀ ਨਾਨਕ ਇਨਕੇ। ਕਹਿੰਦੇ ਕਿ ਪਹਿਲੇ ਗੁਰੂ ਨਾਨਕ ਸਾਹਿਬ ਜੀ ਹੋਏ ਹਨ ਹਿੰਦੂ ਤੁਰਕ ਮੁਰੀਦ ਬਣਾਏ। ਜਿਨ੍ਹਾਂ ਨੇ ਹਿੰਦੂ ਅਤੇ ਤੁਰਕਾਂ ਨੂੰ ਆਪਣਾ ਮੁਰੀਦ ਬਣਾਇਆ। ਰਾਮਦਾਸ ਗੁਰ ਤਿਨ ਗਾਦੀ ਪਰ ਬੈਠੇ। ਫਿਰ ਗੁਰੂ ਰਾਮਦਾਸ ਜੀ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠੇ ਹਨ। ਬੈਠੇ ਸੁਜਸ ਜਗਤ ਪਰਛਾਏ। ਜਿਨ੍ਹਾਂ ਦਾ ਜਸ ਸਾਰੇ ਸੰਸਾਰ ਦੇ ਉੱਤੇ ਛਾਇਆ ਹੈ। ਗੁਰ ਕਰ ਸਾਗਰ ਸੰਸਰ ਡਰ ਹਰ। ਗੁਰੂ ਘਰ ਜਿਹੜਾ ਉਹ ਸਮੁੰਦਰ ਦੀ ਤਰ੍ਹਾਂ ਹੈ। ਪ੍ਰਿਥੀ ਚੰਦ ਪਾ ਚੰਦ ਮਨਿੰਦ। ਜਿਹੜਾ ਪ੍ਰਿਥੀ ਚੰਦ ਹੈ ਉਹ ਚੰਦਰਮਾ ਦੀ ਤਰ੍ਹਾਂ ਹੈ। ਦੇਸ਼ ਵਿਦੇਸ਼ਨ ਕੇ ਨਰ ਮਾਨੈ। ਦੇਸ਼ਾਂ ਵਿਦੇਸ਼ਾਂ ਦੇ ਲੋਕ ਪ੍ਰਿਥੀ ਚੰਦ ਨੂੰ ਬਹੁਤ ਇਹਦੀ ਮਨੌਤ ਕਰਦੇ ਨੇ, ਇਹਦਾ ਆਦਰ ਕਰਦੇ ਹਨ। ਸੀਸ ਨਵਾਏ ਚਰਨ ਅਰਬਿੰਦ। ਇਹਨਾਂ ਦੇ ਚਰਨਾਂ ਕਮਲਾਂ ਦੇ ਉੱਤੇ ਗੁਰੂ ਪੁੱਤਰ ਨੂੰ ਗੁਰੂ ਦਾ ਰੂਪ ਜਾਣ ਕੇ ਦੇ ਚਰਨਾਂ ਤੇ ਮੱਥਾ ਟੇਕਦੇ ਨੇ। ਅਜਮਤ ਕਰ ਤਿਨ ਹੋਤ ਸਹਾਇਕ। ਅਜਮਤ ਕਰ ਕਰਾਮਾਤਾਂ ਕਰਕੇ ਇਹ ਵੀ ਆਪਣੇ ਸਿੱਖਾਂ ਦੇ ਸਹਾਈ ਹੁੰਦੇ ਨੇ। ਸੁਜਸ ਬਿਲੰਦ ਕਰਹਿ ਨਰ ਬ੍ਰਿੰਦ। ਬਹੁਤੇ ਲੋਕ ਇਕੱਠੇ ਹੋ ਕੇ ਇਹਨਾਂ ਦਾ ਜਸ ਗਾਉਂਦੇ ਹਨ। ਸ੍ਰੀ ਨਾਨਕ ਕੀ ਜੋਤ ਇਨੋ ਮਹ। ਗੁਰੂ ਨਾਨਕ ਸਾਹਿਬ ਦੀ ਜੋਤ ਇਹਨਾਂ 'ਚ ਬਿਰਾਜ ਰਹੀ। ਇਹ ਗੱਲ ਆਪਣੇ ਵੱਲੋਂ ਬਣਾਈ ਹੋਈ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਪੁੱਤਰ ਗੁਰੂ ਅਰਜੋ ਦੇਵ ਸਾਹਿਬ ਜੀ ਦੇ ਅੰਦਰ ਰੱਖੀ, ਗੱਦੀ ਤੇ ਬਿਰਾਜਮਾਨ ਕੀਤਾ। ਪਰ ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਨੇ ਜਿਹੜਾ ਸਿੱਖ ਗੁਰੂ ਦੇ ਹੁਕਮ ਦੇ ਵਿੱਚ ਬਚਨਾਂ ਦੇ ਵਿੱਚ ਰਹਿੰਦਾ ਹੈ ਉਹ ਗੁਰੂ ਕਾ ਸਿੱਖ ਗੁਰੂ ਦਾ ਹੀ ਰੂਪ ਹੁੰਦਾ ਹੈ। ਜਾਂ ਤੇ ਇਸ ਤਰ੍ਹਾਂ ਦੀ ਕਮਾਈ ਕੀਤੀ ਹੋਵੇ ਪਰ ਇਸ ਤਰ੍ਹਾਂ ਦੀ ਭਾਵਨਾ ਤੇ ਮਨ ਵਿੱਚ ਹੈ ਹੀ ਨਹੀਂ ਸੀ। ਮਨ ਵਿੱਚ ਵੈਰ ਵਿਰੋਧ ਰੱਖਣਾ, ਈਰਖਾ ਰੱਖਣੀ, ਤ੍ਰਿਸ਼ਨਾ ਦੀ ਅੱਗ ਵਿੱਚ ਸਦਾ ਅੰਦਰ ਸੜਦਾ ਰਹਿਣਾ। ਤੇ ਫਿਰ ਇਹ ਜਿਹੜੇ ਉਮਰਾਵ ਸਨ ਝੂਠੀ ਤਾਰੀਫ ਕਰਨ ਲੱਗੇ ਬਾਦਸ਼ਾਹ ਦੇ ਕੋਲ ਜਾ ਕੇ। ਕਹਿੰਦੇ ਕਿ ਗੁਰੂ ਪੁੱਤਰ ਹਨ ਇਹ ਤੇ ਗੁਰੂ ਦਾ ਹੀ ਸਰੂਪ ਜਾਣ ਕੇ ਸੰਗਤਾਂ ਇਹਨਾਂ ਦਾ ਮਾਨ ਸਨਮਾਨ ਕਰਦੀਆਂ ਨੇ। ਜਾਨੀ ਪਰਹਿ ਗੁਣਹਿ ਬਖਸ਼ਿੰਦ। ਤੇ ਇਹ ਬਹੁਤ ਗੁਣਾਂ ਵਾਲੇ ਜਿਹੜੇ ਹਨ ਉਹ ਜਾਣੇ ਗਏ ਹਨ। ਸਨਮਾਨਤ ਪਾਤਸ਼ਾਹ ਰਹੇ ਸਭ। ਗੁਰੂ ਨਾਨਕ ਸਾਹਿਬ ਦੀ ਗੱਦੀ ਔਗਣਾਂ ਨੂੰ ਬਖਸ਼ਣ ਵਾਲੀ ਹੈ। ਤੁਹਾਡੇ ਵੱਡ ਵਡੇਰੇ ਜਿਹੜੇ ਬਾਦਸ਼ਾਹ ਹੋਏ ਨੇ ਉਹਨਾਂ ਨੇ ਵੀ ਗੁਰੂ ਘਰ ਦਾ ਬੜਾ ਅਦਬ ਰੱਖਿਆ ਹੈ। ਇਹ ਚੱਲ ਕਰ ਆਇਓ ਤੁਮ ਦੁਆਗਣ। ਹੁਣ ਇਹ ਚੱਲ ਕੇ ਤੁਹਾਡੇ ਦੁਆਰ ਆਏ ਹਨ। ਨਿਆਉ ਨਬੇਰਨ ਕੀ ਕੀਜਹਿ ਨੀਕੇ। ਐ ਬਾਦਸ਼ਾਹ ਤੁਹਾਡੇ ਦੁਆਰ ਤੇ ਆਏ ਹਨ। ਇਹ ਚੱਲ ਕਰ ਆਇਓ ਤੁਮ ਦੁਆਰ, ਤੁਹਾਡੇ ਦੁਆਰ ਤੇ ਆਏ ਹਨ। ਫਿਰ ਨਿਆਉ ਨਬੇਰਨ ਕੀਜਹਿ ਨੀਕੇ, ਤੁਸੀਂ ਚੰਗੀ ਤਰ੍ਹਾਂ ਇਹਨਾਂ ਦੇ ਨਾਲ ਨਿਆਂ ਕਰੋ, ਨਬੇੜਾ ਕਰੋ। ਕਰੋ ਵਿਦਾ ਦੇ ਕਰ ਉਪਹਾਰ। ਇਹਨਾਂ ਨੂੰ ਸੋਹਣੇ ਸੋਹਣੇ ਉਪਹਾਰ ਦਿਓ, ਸੋਹਣੇ ਸੋਹਣੇ ਇਹਨਾਂ ਨੂੰ ਇਨਾਮ ਦਿਓ। ਇਹ ਤੁਹਾਡੇ ਕੋਲ ਆਪ ਚੱਲ ਕੇ ਆਏ ਹਨ। ਨਾ ਹੈ ਤਾਂ ਮਹਿਮਾ ਇਸ ਘਟ ਜਾਵੇ। ਜੇ ਤੁਸੀਂ ਇਹਨਾਂ ਦਾ ਮਾਨ ਸਨਮਾਨ ਬਰਕਰਾਰ ਨਾ ਰੱਖਿਆ ਇਹਨਾਂ ਦੀ ਮਹਿਮਾ ਘਟ ਜਾਣੀ। ਇਹ ਤਾਂ ਗੱਲ ਸਪਸ਼ਟ ਹੈ ਨਾ ਕਿ ਆਪਣੀ ਮਹਿਮਾ ਵਧਾਉਣ ਵਾਸਤੇ ਸਰਕਾਰਾਂ ਦਾ ਸਹਾਰਾ ਲੈਣਾ, ਹਕੂਮਤ ਦਾ ਸਹਾਰਾ ਲੈਣਾ। ਪਰ ਜਦੋਂ ਇਹਨਾਂ ਹਕੂਮਤਾਂ ਪਾਸੋਂ ਸਹਾਰੇ ਲੈ ਕੇ ਬੰਦਾ ਸੋਚਦਾ ਕਿ ਸਾਡਾ ਜਸ ਹੋਵੇ, ਉਹ ਤਾਂ ਫਿਰ ਸਮਾਜ ਜਾਣਦਾ ਹੀ, ਸੰਸਾਰ ਜਾਣਦਾ ਹੈ ਕਿ ਕਿੰਨੇ ਕੁ ਧਰਮੀ ਨੇ ਕਿ ਕਿੰਨੇ ਕੁ ਅਧਰਮੀ ਹਨ। ਕਿਉਂਕਿ ਹਕੂਮਤਾਂ ਕਦੇ ਵੀ ਆਪਣੇ ਹੁੰਦਿਆਂ ਆਪਣੀ ਥਾਂ ਦੇ ਉੱਤੇ ਜਾਂ ਆਪਣੇ ਤੋਂ ਵਧੇਕ ਕਿਸੇ ਦਾ ਸਨਮਾਨ ਦੇ ਕੇ ਨਹੀਂ ਬਰਦਾਸ਼ਤ ਕਰਦੀ। ਭਾਵੇਂ ਉਹ ਸਨਮਾਨ ਧਰਮ ਸਥਾਨਾਂ ਦਾ ਹੈ ਪਰ ਫਿਰ ਵੀ ਜਿਹੜੇ ਮੌਕੇ ਦੇ ਬਾਦਸ਼ਾਹ ਹੁੰਦੇ ਨੇ ਉਹਨਾਂ ਦੇ ਅੰਦਰ ਖਲਬਲੀ ਜੀ ਮਚੀ ਹੁੰਦੀ ਹੈ ਕਿ ਉਸ ਸਥਾਨ ਦਾ, ਉਹਨਾਂ ਤਖਤਾਂ ਦਾ ਇੰਨਾ ਮਾਨ ਸਨਮਾਨ ਕਿਉਂ। ਭਾਵੇਂ ਇਹਨਾਂ ਬਾਦਸ਼ਾਹਾਂ ਦੇ ਜਿਹੜੇ ਤਖਤ ਹਨ ਉਹ ਵਕਤੀ ਹਨ। ਕਈ ਬਾਦਸ਼ਾਹ ਇਹਨਾਂ ਤਖਤਾਂ ਦੇ ਉੱਤੇ ਆਏ, ਬੈਠੇ ਤੇ ਚਲੇ ਗਏ, ਜਿਨ੍ਹਾਂ ਦਾ ਅੱਜ ਕੋਈ ਨਾਮੋ ਨਿਸ਼ਾਨ ਵੀ ਨਹੀਂ ਹੈ, ਜਿਨ੍ਹਾਂ ਦੀਆਂ ਕਬਰਾਂ ਦੇ ਉੱਤੇ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ ਬਚਿਆ।
ਪਰ ਫਿਰ ਵੀ ਜਦੋਂ ਇਹ ਝੂਠੇ ਤਖਤਾਂ ਦੇ ਉੱਤੇ ਬੈਠਦੇ ਹਨ, ਇਹਨਾਂ ਦੇ ਅੰਦਰ ਇਸ ਤਰ੍ਹਾਂ ਦੇ ਖਿਆਲਾਤ ਜਿਹੜੇ ਉਹ ਰਹਿੰਦੇ ਹਨ। ਕਹਿਣ ਲੱਗੇ, ਬਾਦਸ਼ਾਹ ਇਹ ਤੁਹਾਡੇ ਕੋਲ ਆਏ ਹਨ, ਚੱਲ ਕੇ ਤੁਹਾਡੇ ਦੁਆਰ ਤੇ ਆਏ ਹਨ, ਇਹਨਾਂ ਦਾ ਨਿਬੇੜਾ ਕਰੋ। ਘੱਟੋ ਘੱਟ ਇਹਨਾਂ ਦਾ ਜੇ ਮਾਨ ਸਤਿਕਾਰ ਤੁਸੀਂ ਰੱਖੋ ਤੇ ਫਿਰ ਹੀ ਇਹਨਾਂ ਦਾ ਮਾਨ ਸਤਿਕਾਰ ਰਹੇਗਾ। ਜੇ ਇੱਥੋਂ ਤੁਸੀਂ ਇਹਨਾਂ ਨੂੰ ਵਾਪਸ ਮੋੜ ਦਿੱਤਾ ਤੇ ਇਹਨਾਂ ਦੀ ਬਾਤ ਕੌਣ ਪੁੱਛੇਗਾ? ਨਾਹੀਂ ਤਾਂ ਮਹਿਮਾ ਇਸ ਘਟ ਜਾਵੇ, ਨਹੀਂ ਤਾਂ ਇਹਨਾਂ ਦੀ ਮਹਿਮਾ ਘਟ ਜਾਵੇਗੀ। ਸਿੱਖ ਤਜੈ ਨਹਿ ਕਰਹਿ ਜੁਹਾਰ, ਸਿੱਖ ਇਹਨਾਂ ਨੂੰ ਛੱਡ ਦੇਣਗੇ ਤੇ ਨਮਸਕਾਰ ਨਹੀਂ ਕਰਨਗੇ। ਪਰ ਜੇ ਇਹਨਾਂ ਝੂਠੇ ਬਾਦਸ਼ਾਹਾਂ ਕੋਲੋਂ ਸਹਾਇਤਾ ਲੈ ਕੇ ਇਹ ਸੋਚੇ ਕਿ ਸਿੱਖ ਮੈਨੂੰ ਗੁਰੂ ਜਾਣ ਕੇ ਅਦਬ ਦੇਣਗੇ, ਮੈਨੂੰ ਸੰਤ ਜਾਣ ਕੇ ਮੱਥਾ ਟੇਕਣਗੇ, ਮੈਨੂੰ ਸਿੱਖ ਧਰਮ ਦਾ ਆਗੂ ਜਾਣ ਕੇ ਸਤਿਕਾਰ ਦੇਣਗੇ, ਕਦੇ ਇਸ ਤਰ੍ਹਾਂ ਹੋਇਆ ਨਹੀਂ। ਸੱਚ ਅਤੇ ਝੂਠ ਸਾਹਮਣੇ ਆ ਹੀ ਜਾਂਦਾ ਹੈ ਸਮਾਂ ਪਾ ਕੇ। ਪਰ ਜਿਨ੍ਹਾਂ ਨੇ ਵੀ ਇਹ ਝੂਠੀਆਂ ਹਕੂਮਤਾਂ ਦਾ ਸਹਾਰਾ ਲੈ ਕੇ ਅੱਗੇ ਆਉਣ ਦੇ ਯਤਨ ਕੀਤੇ, ਉਹਨਾਂ ਨੂੰ ਕਦੇ ਵੀ ਸਿੱਖਾਂ ਨੇ ਆਪਣਾ ਆਗੂ ਨਹੀਂ ਮੰਨਿਆ। ਇਹ ਕਹਿੰਦੇ ਨੇ ਕਿ ਬਾਦਸ਼ਾਹ ਤੁਸੀਂ ਕਰੋ ਇਹਦੀ ਮਦਦ, ਇਹ ਤੁਹਾਡੇ ਆਇਆ ਹੈ ਦੁਆਰ। ਤੇ ਹੁਣ ਜੇ ਤੁਸੀਂ ਇਹਨਾਂ ਦਾ ਮਾਨ ਸਤਿਕਾਰ ਨਾ ਰੱਖਿਆ, ਫਿਰ ਸਿੱਖ ਤਜੈ ਨ ਕਰੇ ਜੁਹਾਰ, ਸਿੱਖ ਇਹਨਾਂ ਨੂੰ ਛੱਡ ਦੇਣਗੇ, ਇਹਨਾਂ ਨੂੰ ਨਮਸਕਾਰ ਨਹੀਂ ਕਰਨਗੇ। ਇਹ ਵੀ ਪੁੰਨ ਆਵ ਕੇ ਘਰ ਕੋ, ਇਹ ਬਾਦਸ਼ਾਹ ਵੀ ਤੁਹਾਡੇ ਘਰ ਦਾ ਪੁੰਨ ਹੋਵੇਗਾ। ਕਰਹਿ ਖੁਦਾਈ ਬੰਦਗੀ ਚਾਰ, ਤੇ ਖੁਦਾ ਦੀ ਇਹ ਵੀ ਸੋਹਣੀ ਬੰਦਗੀ ਹੈ। ਜਥਾ ਜੋਗ ਬੈਠਾਵਨ ਕਰੀਐ, ਜਥਾ ਜੋਗ ਇਹਨਾਂ ਨੂੰ ਥਾਂ ਦੇ ਕੇ ਬਿਠਾਵੋ। ਮਾਨਵ ਲਾਖੋ ਮਨ ਹੰਜਾਏ, ਫਿਰ ਇਹਨਾਂ ਨੂੰ ਗੁਰਤਾ ਗੱਦੀ ਤੇ ਬਿਠਾ ਦਵੋ ਤੇ ਲੱਖਾਂ ਹੀ ਲੋਕ ਇਹਨਾਂ ਨੂੰ ਗੁਰੂ ਕਰਕੇ ਮੰਨਣਗੇ। ਪਰੰਪਰਾ ਇਹ ਗੁਰ ਕੇ ਘਰ ਕੀ, ਇਹ ਗੁਰੂ ਘਰ ਦੀ ਜਿਹੜੀ ਪਰੰਪਰਾ ਹੈ, ਨਿਸ਼ਚਲ ਰਾਖੋ ਮਿਟਹਿ ਜੋ ਨਾਹੀ, ਇਹ ਕਾਇਮ ਰੱਖੋ। ਗੁਰੂ ਘਰ ਦੀ ਪਰੰਪਰਾ ਕਦੇ ਇਹ ਮਿਟੇ ਨਾ। ਰਾਵਰ ਕੀ ਕੀਰਤ ਜਗ ਬਿਥਰਹਿ, ਪਰ ਵੱਡੀ ਭੁੱਲ ਹੈ ਇਹਨਾਂ ਹਕੂਮਤਾਂ ਦੀ ਸਹਾਇਤਾ ਕਰਕੇ ਗੁਰੂ ਘਰ ਦੀ ਪਰੰਪਰਾ ਨਹੀਂ, ਸਗੋਂ ਇਹ ਤਾਂ ਯਤਨ ਕਰਦੇ ਨੇ ਕਿ ਗੁਰੂ ਘਰ ਦੀ ਜਿਹੜੀ ਪਰੰਪਰਾ ਮਰਿਆਦਾ ਹੈ ਉਹਨੂੰ ਘਟਾਉਣ ਦਾ। ਕਿਉਂਕਿ ਗੁਰੂ ਘਰ ਜਿਹੜਾ ਸਾਰਿਆਂ ਨੂੰ ਸ਼ਰਨ ਦਿੰਦਾ ਹੈ, ਜਦੋਂ ਲੋੜ ਪੈਂਦੀ ਹੈ ਤੇ ਫਿਰ ਉੱਥੇ ਹਕੂਮਤ ਦੀ ਵੀ ਜਿਹੜੀ ਪਹੁੰਚ ਹੈ ਉਹ ਨਹੀਂ ਪਹੁੰਚਦੀ। ਇਹਨਾਂ ਸਰਕਾਰੀ ਬੰਦਿਆਂ ਦੀ ਵੀ ਉੱਥੇ ਪਹੁੰਚ ਨਹੀਂ ਜਾਂਦੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਉਪਕਾਰ ਲਈ ਪਹੁੰਚ ਜਾਂਦੇ। ਉਹ ਸੰਸਾਰ ਵਿੱਚ, ਸਮਾਜ ਵਿੱਚ ਸਭ ਸਾਹਮਣੇ ਹੈ ਕਿ ਸਿੱਖਾਂ ਨੇ ਕਿੱਥੇ ਕਿੱਥੇ ਪਹੁੰਚ ਕੀਤੀ ਹੈ, ਉਹ ਇਤਿਹਾਸ ਗਵਾਹ ਹੈ। ਸੋ ਇਸ ਲਈ ਕਹਿੰਦੇ ਨੇ ਸਭਾ ਦੇ ਵਿੱਚ ਹੋ ਸਕਦਾ ਹੈ ਕਿ ਚਾਲ ਜਹਾਂਗੀਰ ਦੀ ਵੀ ਹੋਵੇ, ਪਰ ਭਰੀ ਸਭਾ ਦੇ ਵਿੱਚ ਦਿਖਾਉਣਾ ਕੁਝ ਹੋਰ ਤੇ ਕਰਨਾ ਕੁਝ ਹੋਰ। ਕਹਿਣ ਲੱਗੇ, ਬਾਦਸ਼ਾਹ ਜੇ ਤੂੰ ਇਹਨਾਂ ਦੀ ਸਹਾਇਤਾ ਕਰੇ, ਇਹਨਾਂ ਨੂੰ ਗੱਦੀ ਤੇ ਬਿਠਾ ਦਵੇਂ ਤੇ ਫਿਰ ਲੱਖਾਂ ਹੀ ਇਹਨਾਂ ਦੇ ਸਿੱਖ ਹੋਣਗੇ। ਅਧਿਕ ਭਲਾ ਹੋਵੇ ਦਰਗਾਹੀ, ਬਹੁਤ ਇਹ ਪਰਉਪਕਾਰ ਦਾ ਕੰਮ ਹੈ ਤੇ ਪਰਉਪਕਾਰ ਕਰਨਾ ਇਹ ਵੀ ਇੱਕ ਖੁਦਾ ਦੀ ਬੰਦਗੀ ਹੈ। ਦਰਗਾਹ ਦੇ ਵਿੱਚ ਤੁਹਾਡਾ ਮਾਨ ਸਨਮਾਨ ਰਹੇਗਾ। ਜਹਾਂਗੀਰ ਨੇ ਸੁਣ ਪਹਿਚਾਨੀ, ਇਹ ਗੱਲ ਸੁਣ ਕੇ ਜਿਹੜਾ ਕਹਿੰਦੇ ਜਹਾਂਗੀਰ ਸੀ ਉਹ ਜਾਣ ਗਿਆ। ਰਿਸ਼ਵਤ ਲਈ ਇਨੋ ਇਸ ਪਾਹੀ, ਜਾਣ ਗਈ ਸਾਰੀ ਸਭਾ ਕਿ ਜਿਹੜੀ ਇਹ ਉਮਰਾਵ ਗੱਲਾਂ ਕਰ ਰਹੇ ਨੇ ਵਧਾ ਚੜਾ ਕੇ, ਇਹਨਾਂ ਨੇ ਵੀ ਰਿਸ਼ਵਤ ਲਈ ਹੈ ਪ੍ਰਿਥੀ ਚੰਦ ਕੋਲੋਂ। ਪ੍ਰਥਮ ਨਾ ਪ੍ਰਥੀਏ ਕੀ ਕੁਛ ਭਾਖੀ, ਪਹਿਲਾਂ ਤੇ ਇਹਨਾਂ ਨੇ ਕਦੇ ਸਭਾ ਦੇ ਵਿੱਚ ਆ ਕੇ ਗੁਰੂ ਘਰ ਦੀ ਪ੍ਰਿਥੀ ਚੰਦ ਦੀ ਗੱਲ ਨਹੀਂ ਕੀਤੀ। ਆਜ ਤਾਰੀਫ ਕਰਤ ਛਲ ਸੰਗ, ਅੱਜ ਤਾਂ ਤਾਰੀਫ ਕਰ ਰਹੇ ਨੇ, ਇਹ ਤਾਂ ਵੱਡਾ ਕੋਈ ਛਾਲੀ ਕਰ ਰਹੇ ਨੇ ਨਾ। ਕਿਉਂਕਿ ਜਿਹਦੇ ਮਨ ਅੰਦਰ ਅਦਬ ਸਤਕਾਰ ਹੋਵੇ ਤੇ ਪਹਿਲਾਂ ਵੀ ਗੁਰੂ ਘਰ ਦੀ ਗੱਲ ਕਰਦੇ, ਪਰ ਅੱਜ ਹੀ ਇਹਨਾਂ ਨੇ ਗੁਰੂ ਘਰ ਦੀ ਪ੍ਰਿਥੀ ਚੰਦ ਦੀ ਗੱਲ ਕੀਤੀ ਹੈ, ਉਹ ਵੀ ਬੜੀ ਛਲ ਤੇ ਫਰੇਬ ਤੇ ਧੋਖੇ ਨਾਲ ਕਰ ਰਹੇ ਹਨ। ਜੇਕਰ ਦਰਬ ਵਿਗਾੜਤ ਲੋਕਣ, ਇਹ ਪ੍ਰਿਥੀ ਚੰਦ ਧਨ ਦੇ ਕੇ ਰਿਸ਼ਵਤ ਦਾ ਲੋਕਾਂ ਨੂੰ ਵਿਗਾੜ ਰਿਹਾ ਹੈ। ਭਰਿਓ ਖੁਟਾਈ ਸੰਗ ਕੁਢੰਗ, ਬਹੁਤੇ ਖੋਟੇ ਢੰਗਾਂ ਨਾਲ ਖੁਟਿਆਈ ਦੇ ਨਾਲ ਭਰਿਆ ਹੈ। ਗੁਰਤਾ ਕੋ ਅਧਿਕਾਰ ਨਾ ਇਸ ਕੋ, ਗੁਰਤਾ ਗੱਦੀ ਦਾ ਇਹਦਾ ਅਧਿਕਾਰ ਨਹੀਂ ਬਣਦਾ। ਗਿਆਨ ਆਦ ਗੁਣ ਨਹਿ ਸ਼ੁਭ ਅੰਗ, ਨਾ ਹੀ ਇਹਦੇ ਵਿੱਚ ਗਿਆਨ ਹੈ, ਨਾ ਹੀ ਗਿਆਨ ਦੇ ਜਿਹੜੇ ਸ਼ੁਭ ਗੁਣਾਂ ਦੇ ਅੰਗ ਹਨ। ਤਉ ਗੁਰੂ ਕੋ ਨੰਦਨ ਹੋਇਓ ਹੋ, ਫਿਰ ਵੀ ਇਹ ਗੁਰੂ ਘਰ ਦਾ ਪੁੱਤਰ ਹੈ। ਨਿਮ ਵਿਚਾਰ ਚਹਿ ਮਾਨਿਓ ਤੰਗ, ਇਹ ਵਿਚਾਰ ਜਿਹੜੀ ਸੀ ਬਾਦਸ਼ਾਹ ਨੇ ਫਿਰ ਮੰਨ ਲਈ। ਬੋਲਿਓ ਜਹਾਂਗੀਰ ਲਿਓ ਗ੍ਰਾਮੈ, ਇਹਨਾਂ ਦੀ ਗੱਲ ਸੁਣ ਕੇ ਜਹਾਂਗੀਰ ਕਹਿਣ ਲੱਗਾ ਕਿ ਗੁਰਤਾ ਗੱਦੀ ਵਾਲੇ ਤਾਂ ਗੁਣ ਹੈ ਨਹੀਂ ਇਹਦੇ ਵਿੱਚ, ਪਰ ਜੇ ਚੱਲ ਕੇ ਆਇਆ ਹੈ, ਗੁਰੂ ਰਾਮਦਾਸ ਦਾ ਵੱਡਾ ਪੁੱਤਰ ਹੈ,
ਫਿਰ ਘੱਟੋ ਘੱਟ ਕੇ ਇਹਨੂੰ ਮੈਂ ਆਏ ਨੂੰ ਇੱਕ ਨਗਰ ਜਿਹੜਾ ਹੈ ਉਹ ਆਪਣੇ ਤਰਫੋਂ ਦੇਣਾ ਹਾਂ। ਮੈਂ ਆਪਣੇ ਦਿਸ਼ ਤੇ ਇਹੋ ਦੀਨਾ, ਮੈਂ ਆਪਣੇ ਤਰਫੋਂ ਇੱਕ ਨਗਰ ਇਸ ਨੂੰ ਭੇਟ ਦਿੰਦਾ ਹਾਂ। ਕਰੋ ਧਾਮ ਤਹਿ ਬੈਠ ਕੁਟੰਬ ਜੁਤ, ਜਾ ਕੇ ਆਪਣੇ ਪਰਿਵਾਰ ਦੇ ਸਮੇਤ ਉੱਥੇ ਜਾ ਕੇ ਬੈਠ ਕੇ ਆਪਣਾ ਗੁਜ਼ਾਰਾ ਕਰ। ਸ੍ਰੀ ਅਰਜਨ ਟਿਕ ਜਹਾਨ ਜੋ ਚੀਨਾ, ਪਰ ਗੁਰੂ ਅਰਜਨ ਦੇਵ ਸਾਹਿਬ ਨੂੰ ਸੰਸਾਰ ਜਹਾਨ ਜਾਣਦਾ ਹੈ। ਲਾਹਪੁਰ ਕੋ ਹਮ ਜਬ ਚਲ ਆਵੈ, ਜਦੋਂ ਅਸੀਂ ਲਾਹੌਰ ਨੂੰ ਚੱਲ ਕੇ ਆਵਾਂਗੇ, ਜੁਗ ਭਰਾਤਨ ਤੇ ਸੁਨਹਿ ਜੋ ਕੀਨਾ, ਫਿਰ ਅਸੀਂ ਦੋਵਾਂ ਭਰਾਵਾਂ ਕੋਲੋਂ ਤੁਹਾਡੀ ਦੋਵਾਂ ਦੀ ਗੱਲ ਸੁਣਾਂਗੇ। ਕਹਿੰਦਾ ਕਿ ਜਦੋਂ ਮੈਂ ਲਾਹੌਰ ਨੂੰ ਆਵਾਂਗਾ, ਪਰ ਸਮਾਂ ਆਉਣ ਤੇ ਇਸ ਨੇ ਲਾਹੌਰ ਕੀ ਆਉਣਾ ਸੀ, ਚੰਦੂ ਨੂੰ ਕਹਿ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਲਾਹੌਰ ਬੁਲਾ ਲੈਣਾ, ਆਪ ਕਸ਼ਮੀਰ ਦੀਆਂ ਵਾਦੀਆਂ ਨੂੰ ਚਲੇ ਜਾਣਾ। ਇਹ ਸਾਰੀ ਇੱਕ ਸੋਝੀ ਸਮਝੀ ਸਾਜ਼ਿਸ਼ ਹੀ ਸੀ। ਕਹਿਣ ਲੱਗਾ ਕਿ ਮੈਂ ਲਾਹੌਰ ਚੱਲ ਕੇ ਆਵਾਂਗਾ, ਉਦੋਂ ਮੈਂ ਦੋਵੇਂ ਭਰਾਵਾਂ ਦਾ ਪੱਖ ਸੁਣਾਂਗਾ। ਅਬ ਤੇ ਦਵੈਸ਼ ਨ ਠਾਨੋ ਤਿਨ ਸੰਗ, ਹੁਣ ਤੋਂ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਈਰਖਾ ਨਾ ਰੱਖੋ। ਇਹ ਭਰੀ ਸਭਾ ਦੇ ਵਿੱਚ ਲੋਕਾਂ ਦੇ ਸਾਹਮਣੇ ਕਈਆਂ ਗੱਲਾਂ ਸਨ। ਨਿਜ ਗੁਜਰਾਨ ਹਮੋ ਤੇ ਲੀਨਾ, ਜੇ ਕੋਈ ਲੋੜ ਹੋਵੇ ਤੇ ਸਾਡੇ ਪਾਸੋਂ ਵਸਤੂ ਲੈ ਲਓ, ਸਾਡੇ ਕੋਲੋਂ ਵਸਤੂ ਲੈ ਕੇ ਤੇ ਆਪਣਾ ਗੁਜ਼ਾਰਾ ਜਿਹੜਾ ਹੈ ਉਹ ਠੀਕ ਢੰਗ ਨਾਲ ਚਲਾਵੋ। ਨਿਮ ਕਹਿ ਪਟਾ ਲਖਾਏ ਵਿਦਾ ਕੀਏ, ਇਸ ਤਰ੍ਹਾਂ ਕਹਿ ਕੇ ਤੇ ਪ੍ਰਿਥੀ ਚੰਦ ਨੂੰ ਨਗਰ ਕੋਠੇ ਦਾ ਪਟਾ ਲਿਖ ਦਿੱਤਾ, ਆਪਣੀ ਤਰਫੋਂ ਵਿਦਾ ਕੀਤਾ। ਇੱਕ ਨਗਰ ਜਹਾਂਗੀਰ ਕੋਲੋਂ ਇਹਨਾਂ ਨੇ ਕੋਠਾ ਪਿੰਡ ਲਿਆ, ਇਹ ਨਗਰ ਮਾਲਵੇ ਵਿੱਚ, ਤੇ ਦੂਸਰਾ ਨਗਰ ਹੇਹਰ ਪਿੰਡ ਜਿਹੜਾ ਸੁਲੀ ਖਾਂ ਪਾਸੋਂ ਪਹਿਲਾਂ ਲਿਆ ਸੀ, ਇਹ ਨਗਰ ਲਾਹੌਰ ਦੇ ਵਿੱਚ ਹੈ। ਇਹ ਦੋ ਨਗਰ ਜਿਹੜੇ ਸਨ ਬਾਬੇ ਪ੍ਰਿਥੀ ਚੰਦ ਨੇ, ਭਾਵੇਂ ਗੁਰੂ ਰਾਮਦਾਸ ਜੀ ਨੇ ਵੱਧ ਜਾਇਦਾਦ ਜਿਹੜੀ ਸੀ ਉਹ ਪ੍ਰਿਥੀ ਚੰਦ ਨੇ ਪਹਿਲਾਂ ਹੀ ਬਣਾਈ ਸੀ, ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਵੱਲੋਂ ਵੀ ਜਿਹੜੀ ਵੱਧ ਜਾਇਦਾਦ ਬਾਬੇ ਪ੍ਰਿਥੀ ਚੰਦ ਨੂੰ ਦਿੱਤੀ, ਵੱਡਾ ਭਰਾ ਹੋਣ ਨਾਤੇ। ਪਰ ਜਿਹੜਾ ਗੁਰੂ ਘਰ ਵਿੱਚੋਂ ਇੰਨਾ ਕੁਝ ਲੈ ਕੇ ਨਾ ਰੱਜਿਆ, ਆਪਣਾ ਧਿਆਨ ਕੇਵਲ ਤਾਂ ਕੇਵਲ ਬਾਹਰ ਮੁਖੀ ਬਿਰਤੀ ਰੱਖ ਕੇ ਦੂਜਿਆਂ ਦੇ ਉੱਤੇ ਆਸ ਰੱਖੀ। ਸੋਚਿਆ ਕਿ ਦੂਜਿਆਂ ਪਾਸੋਂ ਮੈਨੂੰ ਕੁਝ ਮਿਲੇਗਾ, ਪਰ ਹੋਇਆ ਕਿ ਇੱਕ ਛੋਟਾ ਜਿਹਾ ਪਿੰਡ ਹੇਹਰ ਮਿਲ ਗਿਆ, ਇੱਕ ਕੋਠਾ ਪਿੰਡ ਮਿਲਿਆ। ਇਹ ਦੋ ਨਗਰ ਕੀ ਭਾਵੇਂ ਸਾਰੀ ਦੁਨੀਆ ਤੇ ਸਮੁੱਚੀ ਕਾਇਨਾਤ ਇੱਕ ਪਾਸੇ ਰੱਖ ਲਈਏ ਸਾਧ ਸੰਗਤ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਨਗਰੀ, ਜਿਹਦੀ ਉਸਾਰੀ ਸਤਿਗੁਰਾਂ ਨੇ ਆਪ ਕਰਵਾਈ, ਸਾਰੀ ਦੁਨੀਆ ਕੀ ਸਮੁੱਚੀ ਕਾਇਨਾਤ ਇੱਕ ਪਾਸੇ ਰੱਖੀ ਜਾਵੇ ਤੇ ਇਹਦੀ ਬਰਾਬਰੀ ਨਹੀਂ ਕਰ ਸਕਦੀ। ਇਸ ਕਰਕੇ ਵਿਦਵਾਨ ਇੱਕ ਮਹਾਂਪੁਰਖ ਦੇ ਬੋਲ ਨੇ ਕਿ ਹਰ ਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰੀਦਾਸ, ਭਾਰੋ ਹੋਤੋ ਸੋ ਗਿਰ ਪਰਿਓ ਹਉਰੋ ਚਰਿਓ ਕਾਸ਼। ਕਹਿੰਦਾ ਕਿ ਬੈਕੁੰਠ ਨੂੰ, ਹਰਿਮੰਦਰ ਸਾਹਿਬ ਨੂੰ ਇੱਕ ਇੱਕ ਛਾਬੇ ਵਿੱਚ ਰੱਖਿਆ, ਪਰ ਜਿਹੜੀ ਭਾਰੀ ਵਸਤੂ ਸੀ ਉਹ ਧਰਤੀ ਦੇ ਉੱਤੇ ਰਹਿ ਗਈ, ਹੌਲੀ ਵਸਤੂ ਆਕਾਸ਼ 'ਤੇ ਚੜ੍ਹ ਗਈ। ਪਤਾ ਨਹੀਂ ਪਰਲੋਕ ਨੂੰ, ਬੈਕੁੰਠ ਨੂੰ ਕਿਸੇ ਨੇ ਦੇਖਿਆ ਹੈ ਜਾਂ ਕੋਈ ਦੇਖੇਗਾ ਕਿ ਨਹੀਂ ਦੇਖੇਗਾ, ਪਰ ਜੇ ਬੈਕੁੰਠ ਹੈ ਉਹ ਧਰਤੀ ਦੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬਦੋਹ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮ ਲਜਾਹੇ ਨਾਇਆ ਰਾਮਦਾਸ ਸਾਧ। ਇਹ ਪਾਵਨ ਨਗਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ, ਗੁਰੂ ਰਾਮਦਾਸ ਜੀ ਦੀ ਵਰਸਾਈ ਹੋਈ ਪਾਵਨ ਨਗਰੀ ਦਾ ਮੁਕਾਬਲਾ, ਇਹਦੀ ਬਰਾਬਰੀ ਅਨੇਕਾਂ ਨਗਰ ਲੈ ਕੇ ਵੀ ਨਹੀਂ ਸੀ ਹੋ ਸਕਦੀ। ਪਰ ਮਨ ਦੇ ਖਿਆਲ ਸਨ, ਭਰਮ ਸੀ। ਹੁਣ ਬਾਦਸ਼ਾਹ ਨੇ ਇੱਕ ਨਗਰ ਹੋਰ ਕੋਠਾ ਪਿੰਡ ਇਹਨਾਂ ਨੂੰ ਦਿੱਤਾ, ਉਹਦਾ ਪਟਾ ਜਿਹੜਾ ਸੀ, ਉਹਦੀ ਲਿਖਤ ਜਿਹੜੀ ਸੀ ਉਹ ਪ੍ਰਿਥੀ ਚੰਦ ਦੇ ਨਾਮ ਕਰ ਦਿੱਤੀ। ਮਿਲੋ ਹਮੈ ਜਬ ਲਾਹੌਰ ਆਏ, ਕਹਿੰਦਾ ਜਦੋਂ ਮੈਂ ਲਾਹੌਰ ਆਵਾਂਗਾ ਉਦੋਂ ਮੈਨੂੰ ਤੁਸੀਂ ਮਿਲਿਓ। ਕੁਛ ਹਰਖ ਕਰ ਪ੍ਰਥਿਆ ਆਇਓ। ਹੁਣ ਕੁਝ ਕੁ ਬਾਬੇ ਪ੍ਰਿਥੀ ਚੰਦ ਨੂੰ ਪ੍ਰਸੰਨਤਾ ਹੋਈ ਹੈ। ਪ੍ਰਸੰਨਤਾ ਇਸ ਗੱਲ ਦੀ ਕਿ ਚਲੋ ਗੁਰਤਾ ਗੱਦੀ ਤਾਂ ਨਹੀਂ ਮਿਲੀ, ਪਰ ਹੁਣ ਘੱਟੋ ਘੱਟ ਇੱਕ ਨਗਰ ਤਾਂ ਮਿਲ ਗਿਆ, ਇਹਦੇ ਨਾਲ ਹੀ ਮੇਰੀ ਪੱਤ ਆਬਰੂ ਰਹਿ ਜਾਵੇ, ਨਹੀਂ ਤਾਂ ਸਾਰਿਆਂ ਨੇ ਕਹਿਣਾ ਸੀ ਉੱਥੇ ਜਾ ਕੇ ਮਿਲਿਆ ਕੀ ਇਹਨੂੰ। ਹੁਣ ਇਹ ਨਗਰ ਮਿਲਿਆ, ਪਟਾ ਲਿਖਾ ਦਿੱਤਾ ਬਾਦਸ਼ਾਹ ਨੇ। ਇਸ ਗੱਲ ਦੀ ਪ੍ਰਿਥੀ ਚੰਦ ਨੂੰ ਖੁਸ਼ੀ ਹੋਈ ਹੈ। ਦਿੱਲੀ ਨਗਰੀ ਤੇ ਨਿਕਸਾਏ, ਦਿੱਲੀ ਤੋਂ ਇਹ ਬਾਹਰ ਨਿਕਲੇ ਹਨ। ਗਮਨਤ ਦੇਸ਼ ਮਾਲਵੇ ਪ੍ਰਾਪਤ, ਮਾਲਵੇ ਦੇਸ਼ ਦੇ ਵਿੱਚ ਪਹੁੰਚ ਗਏ ਹਨ। ਕਹਾਂ ਗ੍ਰਾਮ ਲੀਨ ਸਹਰ ਖਾਏ, ਉੱਥੇ ਜਾ ਕੇ ਜਿਹੜਾ ਕੋਠਾ ਪਿੰਡ ਬਾਦਸ਼ਾਹ ਵੱਲੋਂ ਮਿਲਿਆ ਸੀ, ਪ੍ਰਸੰਨ ਹੋ ਕੇ ਲੈ ਲਿਆ। ਸੀਸ ਨਵਾਵਤ ਆਦਿਕ ਪ੍ਰਥਿਆ, ਕੁਝ ਕੁ ਪ੍ਰਿਥੀ ਚੰਦ ਦੇ ਸਿੱਖ ਸਨ, ਸਿੱਖ ਕਹਿ ਲਓ ਜਾਂ ਇਹਦੇ ਸ਼ਰਧਾਲੂ ਪਾਸ਼, ਉਹ ਅੱਜ ਵੀ ਮਿਲ ਜਾਂਦੇ ਨੇ। ਉਹ ਤਾਂ ਡੇਰਿਆਂ ਦੇ ਉਪਾਸ਼ਕ ਵੀ ਮਿਲ ਜਾਂਦੇ ਨੇ ਨਾ।
ਕੁਝ ਕੁ ਇਹਦੇ ਜਿਹੜੇ ਉਪਾਸ਼ਕ ਸਨ ਇਹਨੂੰ ਮੱਥਾ ਟੇਕਦੇ ਸੀ। ਸੁੰਦਰ ਕੋਠਾ ਲੀਨ ਬਣਾਏ, ਸੁੰਦਰ ਕੋਠੇ ਪਿੰਡ ਵਿੱਚ ਇਹਨੇ ਆਪਣੇ ਸੋਹਣੇ ਮਹਿਲ ਜਿਹੜੇ ਸਾਨੂੰ ਤਿਆਰ ਕਰਵਾ ਲਏ। ਜਿਸ ਕੀ ਸੰਗਿਆ ਤੇ ਸੋ ਕਹੀਐ, ਹਾਂ, ਉੱਥੇ ਫਿਰ ਤਿਸ ਕੀ ਸੰਗਿਆ ਤੇ ਸੋ ਕਹੀਐ, ਸੋਢੀ ਕੋਠੇ ਕੇ ਬਿਦਤਾਏ। ਕਵੀ ਜੀ ਕਹਿੰਦੇ ਨੇ ਕਿ ਇਹਨਾਂ ਦੀ ਗਿਣਤੀ ਇਸ ਤਰ੍ਹਾਂ ਹੋਈ ਕਿ ਜਿਹੜੇ ਸੋਢੀ ਕੋਠੇ ਵਾਲੇ ਜਿਹੜੇ ਸਾਨੂੰ ਫਿਰ ਕਹਾਏ ਹਨ ਅੱਗੇ, ਇਸਤਰੀ ਪੁੱਤਰ ਬਸਾਏ ਹਰਖ ਜੋਤ, ਉੱਥੇ ਫਿਰ ਇਹਨਾਂ ਦਾ ਪੁੱਤਰ ਜਿਹੜਾ ਸੀ ਉਹ ਪ੍ਰਸੰਨਤਾ ਦੇ ਨਾਲ ਵਸਿਆ। ਆਪਣੀ ਪੂਜਾ ਬੈਠ ਕਰਾਏ, ਆਪਣੀ ਪੂਜਾ ਜਿਹੜੀ ਸੀ ਉੱਥੇ ਬੈਠ ਕੇ ਕਰਾਂਦੇ ਰਹੇ। ਥੋੜੀ ਸੰਗਤ ਆਵਦ ਚੱਲ ਕਰ, ਥੋੜੀ ਥੋੜੀ ਸੰਗਤ, ਕਿਉਂਕਿ ਕੁਝ ਸਿੱਖ ਤਾਂ ਐਸੇ ਨੇ ਜਿਨ੍ਹਾਂ ਬਾਰੇ ਗੁਰਦੇਵ ਕਹਿੰਦੇ ਨੇ ਕਿ ਸਾਡੇ ਸਿੱਖ ਦੀ ਬਿਰਤੀ ਜਿਹੜੀ ਹੈ ਉਹ ਹੰਸ ਵਰਗੀ, ਉਹ ਪਰਖ ਲੈਂਦੇ ਨੇ। ਪਰ ਕੁਝ ਕੁ ਜਿਹੜੇ ਨਵੇਂ ਸ਼ਰਧਾਲੂ ਨੇ, ਜਿਸ ਤਰ੍ਹਾਂ ਜਿੱਥੇ ਕੁਝ ਸੁਣਿਆ ਕਿਸੇ ਡੇਰੇ ਦੀ ਦਰ ਦੀ ਤਾਰੀਫ ਸੁਣੀ ਤੇ ਉਧਰ ਨੂੰ ਤੁਰ ਪਏ। ਇਸ ਤਰ੍ਹਾਂ ਦੇ ਕੁਝ ਕੁ ਜਿਹੜੀ ਸੰਗਤ ਸੀ ਇਹਨਾਂ ਦੇ ਕੋਲ ਚੱਲ ਕੇ ਆਉਂਦੀ ਸੀ। ਦੇ ਤੂੰ ਪਾਏ ਨੇ ਕੁਛ ਚੜਾਏ, ਕੁਝ ਕੁ ਭੇਟਾ ਬਾਬੇ ਪ੍ਰਿਥੀ ਚੰਦ ਨੂੰ ਚੜ੍ਹਦੀ ਸੀ। ਕਰ ਗੁਜਰਾਨ ਬਤਾਏ ਸਮੋ ਨਿਜ, ਉਸ ਭੇਟਾ ਦੇ ਨਾਲ ਆਪਣਾ ਗੁਜ਼ਾਰਾ ਕਰਦੇ ਤੇ ਸਮਾਂ ਬਤੀਤ ਕਰਦੇ। ਪਟ ਬੀਜਣ ਸਮ ਚਮਕ ਦਿਖਾਏ, ਇਸ ਤਰ੍ਹਾਂ ਆਪਣੀ ਚਮਕ ਦਿਖਾ ਰਹੇ ਸਨ ਸੰਸਾਰ ਵਿੱਚ ਪੱਟ ਬੀਜਣ ਵਾਂਗੂ। ਪੱਟ ਬੀਜਣ ਹੁੰਦਾ ਹੈ ਜੁਗ ਨੂੰ ਟਟਹਿਣਾ, ਲੱਖਾਂ ਇਕੱਠੇ ਹੋ ਜਾਣ, ਸੂਰਜ ਦੇ ਪ੍ਰਤਾਪ ਨੂੰ ਘਟਾ ਨਹੀਂ ਸਕਦੇ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਤਾਪ ਹੈ ਸੂਰਜ ਵਰਗਾ। ਅਨੇਕਾਂ ਯੁਗ ਨੂੰ ਆ ਜਿਹੜੇ ਦੰਭੀ ਪਖੰਡੀ ਇਕੱਠੇ ਹੋਏ ਨੇ, ਚਾਹੁੰਦੇ ਨੇ ਗੁਰੂ ਘਰ ਦੇ ਪ੍ਰਤਾਪ ਨੂੰ ਘਟਾਉਣਾ, ਨਹੀਂ ਘਟਾ ਸਕਦੇ। ਕਹਿੰਦੇ ਆਪਣਾ ਪ੍ਰਤਾਪ ਜੁਗਨੂ ਵਰਗਾ ਦਿਖਾਉਂਦਾ ਸੀ। ਦੋਹਰਾ ਜਤਨ ਠਾਨ ਬਿਦ ਅਨਕ ਕੀ, ਅਨੇਕਾਂ ਹੀ ਯਤਨ ਕੀਤੇ, ਹਾਰ ਪਚਿਓ ਦੁਖ ਪਾਏ, ਪਰ ਅਖੀਰ ਖੱਟਿਆ ਕੀ ਜੀ, ਹਾਰ ਗਏ, ਖੱਪ ਗਏ, ਬਹੁਤੇ ਦੁਖੀ ਹੋਏ। ਸਮਤਾ ਚਹੈ ਜਗਨਨਾਥ ਸੋ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਰਾਬਰੀ ਚਾਹੁੰਦੇ ਸੀ ਕਰਨੀ, ਕਿਉਂ ਕਰ ਪਹੁੰਚਿਓ ਜਾਏ, ਪਰ ਕਿਸ ਤਰ੍ਹਾਂ ਪਹੁੰਚ ਸਕਦੇ ਸੀ। ਚਾਹ ਕੇ ਵੀ ਜੁਗ ਨੂੰ ਸੂਰਜ ਦੀ ਬਰਾਬਰੀ ਨਹੀਂ ਕਰ ਸਕਦਾ ਮੱਛਰ, ਚਾਹ ਕੇ ਵੀ ਪਹਾੜ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਤਰ੍ਹਾਂ ਅਨੇਕਾਂ ਹੀ ਹੋਏ, ਅਨੇਕਾਂ ਹੀ ਹਨ, ਆਉਣ ਵਾਲੇ ਸਮੇਂ ਵਿੱਚ ਵੀ ਹੋਣਗੇ। ਸਮਾਂ ਸਮਾਪਤ ਹੈ, ਪ੍ਰਸੰਗ ਦੀ ਵੀ ਸਮਾਪਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਨੇ, ਹਲੇ ਤਾਂ ਇੱਟ ਪੁੱਟਿਆਂ ਨਿਕਲਦੇ ਨੇ ਨਾ, ਆਉਣ ਵਾਲੇ ਸਮੇਂ ਵਿੱਚ ਇੱਟ ਦੇ ਉੱਪਰ ਹੀ ਬੈਠਿਆ ਹੋਇਆ ਕਰਨਗੇ, ਇੱਕ ਨਹੀਂ ਅਨੇਕਾਂ ਹੀ, ਇੱਕ ਇੱਕ ਇੱਟ ਤੇ ਅਨੇਕਾਂ ਦੰਭੀ ਗੁਰੂ ਬੈਠਣਗੇ ਆ ਕੇ। ਪਰ ਗੁਰੂ ਕੇ ਸਿੱਖ ਦੀ ਬਿਰਤੀ ਹੰਸ ਵਰਗੀ ਹੈ, ਪਰਖ ਲੈਂਦੀ ਹੈ ਪੂਰੇ ਅਤੇ ਅਧੂਰੇ ਦੀ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅਗਾਂਹ ਵਾਸਤੇ ਅਸੀਸ ਦੇਣੀ ਜੀ। ਦੋ ਪੰਕਤੀਆਂ ਪੜ੍ਹੀਏ, ਸਮਾਪਤੀ ਕਰੀਏ ਜੀ। ਜਤਨ ਠਾਨ ਬਿਦ ਅਨਕ ਕੇ, ਹਾਰ ਪਚਿਓ ਦੁਖ ਪਾਏ, ਸਮਤਾ ਚਹ ਜਗਨਾਥ ਸੋ, ਕਿਉਂ ਕਰ ਪਹੁੰਚਿਓ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।